ਜਿਗਰੀ ਯਾਰ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਹਨਾਂ ਨੂੰ ਸਿੱਖੀ ਦਾ ਨਹੀਂ ਪਤਾ, ਇਹਨਾਂ ਨੂੰ ਸਿੱਖੀ ਦੇ ਪ੍ਰਚਾਰ ਦਾ ਨਹੀਂ ਪਤਾ, ਇਹਨੂੰ ਸਿੱਖੀ ਦੀ ਭਾਵਨਾਵਾਂ ਦਾ ਪਤਾ। ਗੱਲਾਂ ਕੀ ਕਰਦੇ ਪਏ ਨੇ ਇਹ? ਪੰਜਾਬ ਦੀ ਗੱਲ ਕਰਨਗੇ ਹੁਣ। ਮਨਜਿੰਦਰ ਸਿੰਘ ਸਿਰਸਾ ਇੱਕ ਸਿੱਖਾਂ ਦੇ ਨਾਲ ਨੇ, ਇੱਕ ਸਿੱਖ ਨੇ ਸਿੱਖਾਂ ਦੇ ਨਾਲ ਨੇ ਕਿ ਉਹ ਆਰਐਸਐਸ ਦੇ ਨਾਲ ਨੇ? ਪੰਜਾਬ ਦੇ ਲੋਕ 100% ਬੀਜੇਪੀ ਨੂੰ ਜਿਤਾ ਕੇ ਭੇਜਣਗੇ, 100%। ਮੇਰੀ ਦੀਵਾਰ ਤੇ ਗੱਲ ਲਿਖ ਲਿਓ ਜੇ, ਪੰਜਾਬ ਦੇ ਲੋਕ ਘਰ ਘਰ ਜਾ ਕੇ ਆਪ ਕਹਿਣਗੇ ਵੋਟ ਬੀਜੇਪੀ ਨੂੰ ਪਾਉਣੀ ਹੈ। ਪੰਜਾਬ ਦੀ ਬੀਜੇਪੀ ਦੇ ਵਿੱਚ ਬੜੇ ਵੱਡੇ ਚਿਹਰੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਵੱਡੇ ਚਿਹਰਿਆਂ ਦਾ ਤੁਸੀਂ ਜ਼ਿਕਰ ਕਰਿਆ, ਉਹ ਵੱਡੇ ਚਿਹਰੇ ਕੌਣ ਹੋਣਗੇ? ਨਹੀਂ, ਮੈਂ ਨਹੀਂ ਕਿਹਾ ਵੱਡੇ ਚਿਹਰੇ, ਮੈਂ ਕਿਹਾ ਬਹੁਤ ਵੱਡੇ ਚਿਹਰੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਗੱਲ ਰੱਖਣ ਦੇ ਜਾਂ ਸਿੱਖਾਂ ਦੇ ਹੱਕ ਦਿਵਾਉਣ ਦੇ ਕੈਪੇਬਲ ਨਹੀਂ ਰਹੇ? ਅੱਜ ਨਹੀਂ ਹੈਗੀ ਕੈਪੇਬਲ। ਜੋ ਮੈਸੇਜ ਪੜ੍ਹਦੇ ਹੋ ਜੇ, ਉਸਦੀ ਫੋਟੋ ਤੇ ਨਾਮ ਨਾ ਦੱਸਿਓ, ਮੈਸੇਜ ਪੜ੍ਹ ਦਿਓ ਕੀ ਲਿਖਿਆ ਹੈ। ਬਹੁਤ ਵਧੀਆ ਫੈਸਲਾ ਸਰ। ਨਾਮ ਨਾ ਪੜ੍ਹਿਓ ਜੇ ਅੱਗੇ। ਪਰ ਇਹ ਵੀ ਕਿਹਾ ਜਾਂਦਾ ਹੈਗਾ ਵੀ ਬੱਕਰੇ ਨੂੰ ਹਲਾਲ ਕਰਨ ਤੋਂ ਪਹਿਲਾਂ ਸ਼ਿੰਗਾਰਿਆ ਬੜਿਆ ਜਾਂਦਾ, ਕਿਤੇ ਉਹ ਨਾ ਹੋ ਜੇ। ਬੀਜੇਪੀ ਨੂੰ ਤਾਂ ਵੱਡੇ ਘਰਾਣਿਆਂ ਦੀ ਪਾਰਟੀ ਕਿਹਾ ਜਾਂਦਾ, ਤੁਸੀਂ ਕਬਜ਼ਾ ਕਰਾਉਣਾ ਚਾਹੁੰਦੇ ਹੋ ਪੰਜਾਬ ਤੇ? ਮੈਂ ਇਹਦੇ ਤੇ ਕੁਝ ਜਵਾਬ ਨਹੀਂ ਦੇ ਸਕਦਾ, ਫਿਰ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ। ਅਰਵਿੰਦ ਕੇਜਰੀਵਾਲ ਤੋਂ ਵੱਡਾ ਨੋਟੰਕੀਬਾਜ਼ ਦੇਸ਼ ਅੰਦਰ ਮਾਂ ਪੈਦਾ ਨਹੀਂ ਕਰ ਸਕਦਾ। ਕੰਗਣਾ ਰਣੌਤ ਨੂੰ ਲੈ ਕੇ ਬੜੇ ਟਰੋਲ ਹੋ ਰਹੇ ਹੋ ਤੁਸੀਂ, ਬੜੀਆਂ ਤਸਵੀਰਾਂ ਇਕੱਠਿਆਂ ਦੀਆਂ ਆ ਰਹੀਆਂ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ ਹੈਗਾ। ਕੰਗਣਾ ਰਣਾਵਤ ਸਿੱਖਾਂ ਦੀ ਦੁਸ਼ਮਣ ਸੀਗੀ, ਉਹਦੀ ਲੜਾਈ ਲੜਨਾ, ਪਾਰਟੀ ਅਗਰ ਮੈਨੂੰ ਕੋਈ ਲੜਾਈ ਲੱਗਣ ਤੋਂ ਛੱਡੂ ਮੈਂ ਛੱਡ ਸਕਦਾ, ਪਰ ਮੈਂ ਆਪਣੀ ਕੌਮ ਦੀ ਲੜਾਈ ਦੇ ਵਾਸਤੇ ਇੱਥੇ ਗਿਆ ਹੈ। ਇਸ ਲੜਾਈ ਨੂੰ ਕਿਸੇ ਸੂਰਤ ਅੰਦਰ ਨਹੀਂ ਮੁੱਕਣ ਦਊਂਗਾ। ਅਕਾਲੀ ਦਲ ਔਰ ਬੀਜੇਪੀ ਹੀ ਸਰਕਾਰ ਬਣਾ ਸਕਦੀ ਆ, ਕੰਬੀਨੇਸ਼ਨ ਫਿਕਸ ਨੇ। ਭਗਵੰਤ ਮਾਨ ਤੇ ਆਪਣਾ ਮੁੱਲ ਪਵਾ ਰਿਹਾ, ਉਹਦੀ ਮਜਬੂਰੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜੇ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਰਾਜਨੀਤੀ ਦੇ ਸਮੁੰਦਰ ਦੇ ਵਿੱਚ ਹਰ ਕੋਈ ਛਾਲ ਲਾਉਣੀ ਚਾਹੁੰਦਾਗਾ, ਪਰ ਜਦੋਂ ਉਹ ਛਾਲ ਲੱਗ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਵੀ ਉਹ ਰਾਜਨੀਤੀ ਦਾ ਸਮੁੰਦਰ ਆ ਜਿਹੜਾ ਕਦੋਂ ਦਲਦਲ ਬਣ ਗਿਆ। ਤੇ ਫਿਰ ਆਖਿਆ ਜਾਂਦਾਗਾ ਵੀ ਜਿਹੜੀ ਇਹ ਦਲਦਲ ਆ ਇਹ ਆਦਮੀ ਦੇ ਉੱਤੇ ਭਾਰੂ ਪੈ ਜਾਂਦੀ ਆ, ਜਾਣੀ ਕਿ ਜਿਹੜੀ ਰਾਜਨੀਤੀ ਆ ਉਹ ਭਾਰੂ ਪੈ ਜਾਂਦੀ ਆ। ਜੇ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ ਅਸੀਂ, ਪੰਜਾਬ ਦੀ ਸਿਆਸਤ ਦੇ ਵਿੱਚ ਤਾਂ ਵੱਡਾ ਧਮਾਕਾ ਹੋਇਆ ਹੀ, ਪਰ ਉਹ ਧਮਾਕਾ ਜਿਹੜਾ ਹੈਗਾ ਉਹ ਦਿੱਲੀ ਤੋਂ ਹੋਇਆ ਤੇ ਉਹਦੀ ਗੂੰਜ ਆ ਜਿਹੜੀ ਉਹ ਪੰਜਾਬ ਦੇ ਵਿੱਚ ਪਈ, ਜਾਣੀ ਕਿ ਮਨਜਿੰਦਰ ਸਿੰਘ ਸਿਰਸਾ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ। ਬੜੇ ਲੋਕ ਇਹ ਵੀ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਛੁਰਾ ਮਾਰਿਆ, ਜਿਗਰੀ ਯਾਰ ਸੀ। ਹੋਰ ਵੀ ਬੜੇ ਸਾਰੇ ਸਵਾਲ ਨੇ, ਉਹ ਸਵਾਲਾਂ ਦੇ ਅੱਜ ਉੱਤਰ ਲੈਣ ਲਈ ਅਸੀਂ ਪਹੁੰਚੇ ਹਾਂ ਮਨਜਿੰਦਰ ਸਿੰਘ ਸਿਰਸਾ ਕੋਲ। ਸਿਰਸਾ ਸਾਹਿਬ ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾ ਸਵਾਲ ਤਾਂ ਮੇਰਾ ਇਹੀ ਹੋਊਗਾ, ਜਿਗਰੀ ਯਾਰ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ? ਨਹੀਂ, ਬਿਲਕੁਲ ਨਹੀਂ, ਨਾ ਹੀ ਮੇਰੀ ਏਡੀ ਹੈਸੀਅਤ ਆ, ਨਾ ਹੀ ਮੈਂ ਏਡਾ ਹੈਗਾ ਹੈ ਜੀ ਕਿ ਮੈਂ ਕੋਈ ਛੁਰਾ ਮਾਰ ਸਕਾਂ। ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਵੱਡੀ ਪਾਰਟੀ ਦੇ ਇੱਕ ਬਹੁਤ ਵੱਡੇ ਪ੍ਰਧਾਨ ਨੇ ਜੀ। ਮੇਰੇ ਵਰਗੇ ਲੋਕ ਉੱਥੇ ਕੋਈ ਅਹਿਮੀਅਤ ਨਹੀਂ ਰੱਖਦੇ, ਇਸ ਕਰਕੇ ਨਹੀਂ ਕਿਉਂਕਿ ਕੋਈ ਉਹਨਾਂ ਨੂੰ ਪ੍ਰੋਬਲਮ, ਮਤਲਬ ਬਹੁਤ ਵੱਡੇ ਵੱਡੇ ਲੀਡਰ ਹੈਗੇ ਨੇ ਉੱਥੇ ਜੀ। ਤੁਸੀਂ ਅਗਰ ਸੁਣਿਆ ਹੋਵੇ, ਪਰਸੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਵੀ ਇਹ ਗੱਲ ਦੱਸੀ ਕਿ ਇੱਕ ਬਹੁਤ ਵੱਡਾ ਸਮੁੰਦਰ ਦਾ ਜਹਾਜ਼ ਹੈ ਸ਼੍ਰੋਮਣੀ ਅਕਾਲੀ ਦਲ, ਔਰ ਇਹਦੇ 'ਚ ਇਹੋ ਜਿਹੇ ਛੋਟੇ ਲੋਕਾਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਬਿਲਕੁਲ ਇਸ ਗੱਲ ਨੂੰ ਮੰਨਦਾ, ਸਾਡੇ ਜਾਣ ਨਾਲ ਉੱਥੇ ਕੋਈ ਫਰਕ ਨਹੀਂ ਪੈਂਦਾ, ਪਰ ਸਾਡਾ ਡੈਫੀਨੇਟਲੀ ਜੋ ਤੁਸੀਂ ਕਿਹਾ ਕਿ ਨੇੜ ਤਾਂ ਬਹੁਤ ਜ਼ਿਆਦੀ ਸੀ ਜੀ, ਪਰ ਮੇਰਾ ਪਰਪਸ ਜੋ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜਾ ਹਾਲਾਤਾਂ 'ਚ ਆ, ਉਹਨਾਂ ਹਾਲਾਤਾਂ 'ਚ ਦੇਸ਼ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਪਾ ਰਹੀ ਜੀ। ਉਹਨਾਂ ਦੇ ਦੇਸ਼ ਵਿਦੇਸ਼ ਤੇ ਛੱਡ ਹੀ ਦਿਓ, ਦੇਸ਼ ਦੇ ਮਸਲਿਆਂ ਨੂੰ ਨਹੀਂ ਹੱਲ ਕਰਨ ਦੀ ਸਥਿਤੀ 'ਚ ਰਹਿ ਗਈ। ਉਸ ਸਥਿਤੀ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਕੇਵਲ ਪੰਜਾਬ ਤੱਕ ਸੀਮਿਤ ਹੋ ਕੇ ਰਹਿ ਗਈ, ਔਰ ਉਹਨਾਂ ਦਾ ਜਿਹੜਾ ਉਹਨਾਂ ਦੀ ਸੋਚ ਆ ਉਹ ਪੰਜਾਬ ਦੀ ਸੱਤਾ ਹਾਸਲ ਕਰਨ ਦੀ ਆ। ਮੈਂ ਉਹਨੂੰ ਕੋਈ ਗਲਤ ਨਹੀਂ ਕਹਿ ਰਿਹਾ, ਪਰ ਉਹਨਾਂ ਦਾ ਪਰਪਸ ਅੱਜ ਇਹ ਆ, ਔਰ ਮੇਰਾ ਉਹ ਪਰਪਸ ਨਹੀਂ ਹੈਗਾ। ਜਦੋਂ ਮੈਂ ਪੂਰੇ ਦੇਸ਼ 'ਚ ਸਿੱਖਾਂ 'ਚ ਅੱਜ ਤੱਕ ਜਾਣਿਆ ਜਾਂਦਾ ਹੈ, ਦੇਸ਼ ਦੇ ਹਰ ਕੋਨੇ 'ਚ ਦੇਸ਼ ਦੀ ਹਰ ਲੜਾਈ ਨੂੰ ਮੈਂ ਲੜਿਆ, ਔਰ ਅੱਜ ਜਦੋਂ ਲੋਕ ਮੇਰੇ ਤੋਂ ਉਮੀਦ ਕਰਦੇ ਨੇ ਤੇ ਮੈਂ ਸਮਝਦਾ ਕਿ ਮੇਰਾ ਫਰਜ਼ ਬਣਦਾ ਹੈ ਕਿ ਉਹ ਲੜਾਈ ਨੂੰ ਲੜਨ ਵਾਸਤੇ ਮੈਂ ਉਹਨਾਂ ਦੇ ਨਾਲ ਖੜਾ ਹੋਵਾਂ। ਔਰ ਇਹਦੇ ਚੱਲਦੇ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਨੂੰ ਛੱਡ ਕੇ, ਬਿਨਾਂ ਕੋਈ ਦੋਸ਼ ਲਗਾਏ, ਕਿਉਂਕਿ ਜਦੋਂ ਕੋਈ ਆਦਮੀ ਨੂੰ ਸੱਤਾ ਦਾ ਹੋਵੇ ਜਾਂ ਕੋਈ ਚੀਜ਼ ਹਾਸਲ ਕਰਨੀ ਹੋਵੇ ਨਾ, ਫਿਰ ਉਹਨੂੰ ਡਰ ਹੁੰਦਾ ਹੈ, ਫਿਰ ਉਹ ਝੂਠ ਸੱਚ ਬੋਲਦਾ ਹੈ ਕਿ ਨਹੀਂ ਜੀ ਮੈਨੂੰ ਤਾਂ ਇਹ ਮਜਬੂਰੀ ਆ, ਮੇਰੀ ਤਾਂ ਆਹ ਮਜਬੂਰੀ ਆ ਜੀ। ਅਕਸਰ ਤੁਸੀਂ ਦੇਖੋ ਸਾਡੇ ਲੀਡਰ ਜਿਹਨੂੰ ਛੱਡ ਕੇ ਜਾਂਦੇ ਨੇ, ਉਹ ਕਹਿਣਗੇ ਜੀ ਨਹੀਂ ਇਹ ਬਾਦਲ ਪਰਿਵਾਰ ਆਏ ਆ ਜੀ, ਇਹ ਤੇ ਇਹਨਾਂ ਨੇ ਨਸ਼ੇ ਜੀ ਆ, ਨਸ਼ੇ ਦੀ ਗੱਲ ਆ ਜੀ, ਬੇਅਦਬੀਆਂ ਹੋਈਆਂ ਜੀ, ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਮੈਂ ਤੇ ਉਹੋ ਜਿਹੇ ਬਹਾਨੇ ਲੱਗ ਕੇ ਗੱਲਾਂ, ਮੈਂ ਕਿਹਾ ਨਹੀਂ, ਕੋਈ ਕਾਰਨ ਹੈ ਹੀ ਨਹੀਂ ਬਈ ਐਸਾ। ਮੇਰਾ ਤਾਂ ਇੱਕੋ ਪਰਪਸ ਸੀਗਾ ਕਿ ਮੈਂ ਇੱਥੇ ਵੀ ਜਿਹੜੀ ਕੌਮ ਦੀ ਲੜਾਈ ਲੜਦਾ ਪਿਆ ਸੀਗਾ, ਅੱਜ ਇਹਨਾਂ ਦੀ ਸਥਿਤੀ ਉਹ ਨਹੀਂ ਹੈਗੀ, ਇਹਨਾਂ ਦੀ ਕੈਪੈਸਿਟੀ ਔਰ ਕੈਪੇਬਿਲਿਟੀ ਉਹ ਨਹੀਂ ਰਹੀ, ਤੇ ਮੈਂ
ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਔਰ ਮੈਂ ਸਿੱਖਾਂ ਨੂੰ ਦੇਸ਼ ਦੀ ਸਰਕਾਰ ਦੇ ਨਾਲ, ਦੇਸ਼ ਦੇ ਸਟੇਟ ਦੇ ਨਾਲ ਲੜਾਉਣ ਦੇ ਅੰਦਰ ਕੋਈ ਵਿਸ਼ਵਾਸ ਰੱਖਣ ਵਾਲਾ ਆਦਮੀ ਨਹੀਂ। ਮੈਂ ਇਹ ਸੋਚਦਾ ਕਿ ਸਾਡੇ ਸਿੱਖਾਂ ਦੀ ਹਰ ਜਗ੍ਹਾ ਤਾਕਤ ਬਣਨੀ ਚਾਹੀਦੀ, ਅਸੀਂ ਟਕਰਾਅ 'ਚ ਨਹੀਂ ਹੋਣਾ ਚਾਹੀਦਾ, ਔਰ ਉਸ ਨੀਤੀ ਨੂੰ ਲੈ ਕੇ ਮੈਂ ਆਪਣੀ ਸੋਚ ਨੂੰ ਬਦਲ ਕੇ ਔਰ ਪਾਰਟੀ ਬਦਲੀ ਆ। ਤੁਸੀਂ ਗੱਲ ਕੀਤੀ ਹੈ ਵੀ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਵੀ ਇਹ ਵੱਡਾ ਸਮੁੰਦਰੀ ਜਹਾਜ਼ ਆ, ਪਰ ਸਮੁੰਦਰੀ ਜਹਾਜ਼ ਜਦੋਂ ਲੰਬੇ ਰੂਟਾਂ ਤੇ ਨਿਕਲਦਾ ਗਾ ਉਹਦੇ ਵਿੱਚ ਬੜੇ ਪੁਰਾਣੇ ਮਕੈਨਿਕ ਵੀ ਹੁੰਦੇ ਆ, ਮਕੈਨਿਕਾਂ ਨਾਲ ਲਿਹਾਜ਼ ਵੀ ਪੈ ਜਾਂਦੀ ਆ, ਪਰਸਨਲ ਰਿਲੇਸ਼ਨ ਵੀ ਹੋ ਜਾਂਦੇ ਆ। ਤੁਹਾਡਾ ਇਹ ਜਿਹਾ ਰਿਲੇਸ਼ਨ ਸੀ? ਤੁਹਾਨੂੰ ਲੱਗਦਾ ਨਹੀਂ? ਸਾਰਿਆਂ ਨਾਲ, ਵਿਕਰਮ ਜੀ ਨਾਲ ਵੀ, ਐਸਾ ਨਹੀਂ ਮੇਰਾ ਉਹਨਾਂ ਨਾਲ। ਛੋਟੇ ਬਾਦਲ ਸਾਹਿਬ ਨਾਲ ਗੱਲ ਹੋਈ? ਬਸ ਇੱਕ ਉਹਨਾਂ ਨਾਲ ਹੀ ਗੱਲ ਹੋਈ। ਕੀ ਕਿਹਾ ਉਹਨਾਂ ਨੇ? ਨਹੀਂ, ਉਹਨਾਂ ਨੇ ਵੀ, ਉਹਨਾਂ ਦੇ ਉਹ ਕੀ ਕਹਿੰਦੇ ਮੈਨੂੰ, ਮੈਂ ਆਪ ਹੀ, ਮਤਲਬ ਉਹ ਗਲਤ ਨਹੀਂ ਹੈਗੇ ਨਾ ਕਿਤੇ ਵੀ। ਵੀ ਮੈਂ ਤੇ ਤਾਂ ਕਹਾਂ ਜੋ ਗਲਤ ਹੋਣ ਕਿਤੇ, ਤੇ ਉਹ ਜੋ ਇਸ ਤਰੀਕੇ ਨਾਲ ਮੈਨੂੰ, ਜਿਸ ਲਹਿਜੇ ਨਾਲ, ਜਿਸ ਅੰਦਾਜ਼ ਨਾਲ, ਜਾਂ ਜਿਸ ਤਰੀਕੇ ਨਾਲ ਉਹਨਾਂ ਮੈਨੂੰ ਕਿਹਾ ਯਾਰ ਸਿਰਸੇ ਇਹ ਕੀ ਕੀਤਾ, ਤਾਂ ਦੈਟ ਵਾਸ ਕਿ ਮੈਂ ਆਈ ਸਟਾਰਟ ਕਰਾਈਂਗ। ਮੈਨੂੰ ਹੀ, ਮੇਰਾ ਵੀ ਆਪਣੇ ਤੇ ਕੰਟਰੋਲ ਖਤਮ ਹੋ ਗਿਆ। ਤੁਸੀਂ ਰੋਏ? ਮੈਂ ਬਹੁਤ ਦੇਰ ਤੱਕ ਰੋਇਆ, ਗੱਡੀ 'ਚ ਬੈਠ ਕੇ ਬਹੁਤ ਦੇਰ ਤੱਕ ਰੋਇਆ। ਮੇਰੀ ਧਰਮ ਪਤਨੀ ਵੀ ਬਹੁਤ ਦੇਰ ਤੱਕ ਰੋਈ। ਪਰਪਸ ਹੋਰ ਸੀ, ਮੈਂ ਤੁਹਾਨੂੰ ਬਾਰ-ਬਾਰ ਜਿਹੜੀ ਗੱਲ ਕਰ ਰਿਹਾ ਕਿ ਮੈਂ ਉਹਨਾਂ ਨੂੰ ਵੀ ਗੱਲ ਇਹ ਸਮਝਾਈ। ਮੇਰੀ ਗੱਲ ਤਾਂ ਬਹੁਤ ਸ਼ਾਰਟ ਹੋਈ, 1.5 ਮਿੰਟ ਗੱਲ ਹੋਈ। ਮੈਂ ਕਿਹਾ ਸਰ ਲੜਾਈ ਬਹੁਤ ਵੱਡੀ ਆ, ਲੋਕਾਂ ਦੀ ਐਕਸਪੈਕਟੇਸ਼ਨਸ ਬਹੁਤ ਵੱਡੀਆਂ ਨੇ ਯਾਰ, ਉਹਨੂੰ ਨਹੀਂ ਛੱਡਿਆ ਜਾ ਸਕਦਾ ਵਿੱਚ। ਔਰ ਮੇਰਾ ਪਰਪਸ ਮੈਂ ਦੱਸਾਂ, ਜਾਂ ਤਾਂ ਮੈਂ ਗੁਰਦੁਆਰਾ ਕਮੇਟੀ 'ਚ ਵੀ ਆ ਕੇ ਤੁਸੀਂ ਦੇਖਿਆ ਹੋਊਗਾ, ਮੇਰਾ ਪਰਪਸ ਇੱਥੇ ਨਹੀਂ ਰਿਹਾ ਚੌਧਰਾਂ ਦਾ, ਇਹ ਮੇਰਾ ਰਿਹਾ ਹੈ ਦੇਸ਼ ਦੀ ਗੱਲ ਕਰਕੇ, ਸਿੱਖਾਂ ਦੀ ਗੱਲ ਦੁਨੀਆ ਤੱਕ ਪਹੁੰਚਾਓ। ਜੇ ਮੈਨੂੰ ਮੌਕਾ ਜਦੋਂ ਮਿਲਿਆ ਹੈ, ਮੈਂ ਦੇਸ਼ ਨੂੰ ਇਹ ਦੱਸਣਾ ਕੀਤਾ ਸਿੱਖ ਕੌਣ ਹੈ, ਸਾਡੀ ਤਾਕਤ ਕੀ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਗੱਲ ਰੱਖਣ ਦੇ ਜਾਂ ਸਿੱਖਾਂ ਦੇ ਹੱਕ ਦਿਵਾਉਣ ਦੇ ਕੈਪੇਬਲ ਨਹੀਂ ਰਿਹਾ? ਅੱਜ ਨਹੀਂ ਹੈਗੀ ਕੈਪੇਬਲ, ਕਿਉਂਕਿ ਉਹਨਾਂ ਦੀ ਸੀਮਾ ਜਿਹੜੀ ਆ, ਉਹਨਾਂ ਦੀ ਸੀਮਾਵਾਂ ਛੋਟੀਆਂ ਹੋ ਗਈਆਂ ਨੇ। ਉਹਨਾਂ ਨੇ ਆਪਣੇ ਆਪ ਦੀਆਂ ਸੀਮਾਵਾਂ ਨੂੰ ਸਮੇਟ ਲਿਆ, ਪੰਜਾਬ ਤੱਕ ਸੀਮਿਤ ਕਰ ਲਿਆ, ਔਰ ਪੰਜਾਬ ਦੇ ਮੁੱਦੇ ਵੀ ਉਹ ਨਹੀਂ ਸੈਟਲ ਕਰ ਪਾਉਣਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਬਿਜ਼ਨਸਮੈਨਾਂ ਦੀ ਪਾਰਟੀ ਬਣ ਗਈ? ਨਹੀਂ, ਦੇਖੋ ਇਹ ਕਹਿਣਾ ਗਲਤ ਹੋਊਗਾ, ਐਸਾ ਨਹੀਂ ਹੈਗਾ। ਮੈਂ ਜੋ ਪਾਰਟੀ ਛੱਡਤੀ ਹੈ ਤਾਂ ਮੈਂ ਐਵੇਂ ਦੋਸ਼ ਬਦੋਸ਼ 'ਚ ਲਗਾਵਾਂ। ਉਹਨਾਂ ਦੇ ਹਰ ਬੰਦੇ ਦੀ ਕੰਮ ਕਰਨ ਦੀ ਇੱਕ क्षमता ਹੈ, ਹਰ ਬੰਦੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਰਗੀ ਤਾਂ ਕਿਸੇ ਦੀ ਵੀ ਨਹੀਂ ਹੋਊਗੀ। ਉਹਨਾਂ ਦੀ ਡੈਫੀਨੇਟਲੀ ਇੱਕ ਉਹ ਤਾਂ ਇੰਸਟੀਟਿਊਸ਼ਨ ਆਪਣੇ ਆਪ 'ਚ, ਅੱਜ ਵੀ ਇੱਕ ਉਹ ਯੂਨੀਵਰਸਿਟੀ ਹੈ। ਜੇ ਉਹਨਾਂ ਤੋਂ ਇੱਕ ਵੀ ਗੱਲ ਕੋਈ ਆਪਣੇ ਪੱਲੇ ਬੰਨ੍ਹ ਲੇ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਬੈਟਰ ਕਰ ਸਕਦਾ ਕਮਿਊਨਿਟੀ ਦੇ ਵਾਸਤੇ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜਿਹੜੇ ਉਹਨਾਂ ਦੀ ਰਾਜ ਸੱਤਾ ਹੈ ਪੰਜਾਬ ਨੂੰ ਹਾਸਲ ਕਰਨ ਵਾਸਤੇ, ਉਹ ਜੋ ਉਹਨਾਂ ਦੇ ਕੰਬੀਨੇਸ਼ਨ ਬਣਦੇ ਪਏ ਨੇ, ਉਸ ਕੰਬੀਨੇਸ਼ਨ ਅੰਦਰ ਉਹ ਕੇਵਲ ਇਹ ਸੋਚਦੇ ਨੇ ਕਿ ਸਾਡਾ ਕੰਬੀਨੇਸ਼ਨ ਫਿੱਟ ਬਹਿ ਜੇ। ਉਸ ਚੱਕਰ ਅੰਦਰ ਦੇਸ਼ ਦੇ ਲੋਕ ਸਫਰ ਕਰਦੇ ਨੇ। ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਦਾ ਜੀ, ਪੰਜਾਬ ਦੇ ਅੰਦਰ ਸਾਡਾ ਬੀਜੇਪੀ ਨਾਲ ਅਲਾਈਅੰਸ ਸੀਗਾ ਜੀ, ਤੇ ਫਿਰ ਸਾਡੀ ਪਾਰਟੀ ਦੀ ਸੋਚ ਇਹ ਸੀ ਕਿ ਯੂਪੀ ਦਾ ਜਿਹੜਾ ਸਿੱਖ ਆ ਨਾ, ਉਹ ਬੀਜੇਪੀ ਨਾਲ ਰਵੇ, ਭਾਵੇਂ ਸੱਤਾ ਆਵੇ ਭਾਵੇਂ ਨਾ ਆਵੇ, ਭਾਵੇਂ ਉਹਦਾ ਕੰਮ ਹੋਵੇ ਜਾਂ ਨਾ ਹੋਵੇ। ਉਹਨੂੰ ਮਾਇਆਵਤੀ ਨਾਲ ਵੀ ਨਹੀਂ ਜਾਣਾ ਚਾਹੀਦਾ, ਉਹਨੂੰ ਅਖਿਲੇਸ਼ ਨਾਲ ਵੀ ਨਹੀਂ ਜਾਣਾ ਚਾਹੀਦਾ। ਭਾਵੇਂ ਅਖਿਲੇਸ਼ ਦੀ ਸਰਕਾਰ ਆ ਗਈ, 10-20 ਸਾਲ ਆਈ ਉਹਨਾਂ ਦੀ ਸਰਕਾਰਾਂ ਰਹੀਆਂ ਨੇ, ਉਹ ਲੋਕ ਪਿੱਛੇ ਰਹਿ ਗਏ। ਅੱਜ ਇਹਨਾਂ ਦੀ ਮਾਇਆਵਤੀ ਨਾਲ ਅਲਾਈਅੰਸ ਹੋ ਗਿਆ, ਹੁਣ ਇਹ ਚਾਹੁੰਦੇ ਨੇ ਕਿ ਉਹ ਬੀਜੇਪੀ ਨਾਲ ਨਾ ਜਾਵੇ, ਮਾਇਆਵਤੀ ਨਾਲ ਰਵੇ, ਭਾਵੇਂ ਦਾ ਰਾਜ ਆਵੇ ਜਾਂ ਨਾ ਆਵੇ। ਸਿੱਖ ਕਹਿੰਦਾ ਭਾਈ ਮੈਂ ਤੁਹਾਡੇ ਤੋਂ ਕੀ ਲੈਣਾ, if you are not concerned about me, why should I fight for you? ਸੋ ਉਹਨਾਂ ਦੇ ਮੁੱਦੇ ਜਿਹੜੇ ਨੇ, ਉਹਨਾਂ ਦੇ ਮਸਲੇ ਜਿਹੜੇ ਨੇ, ਉਹ ਇੱਕ ਨੈਸ਼ਨਲ ਪਾਰਟੀ ਦੇ ਮਾਧਿਅਮ ਤੋਂ ਹੀ ਹੱਲ ਹੋ ਸਕਦੇ ਨੇ। ਔਰ ਦੇਸ਼ ਦੀਆਂ ਦੋ ਹੀ ਨੈਸ਼ਨਲ ਪਾਰਟੀਆਂ ਨੇ, ਇੱਕ ਕਾਂਗਰਸ, ਇੱਕ ਬੀਜੇਪੀ। ਕਾਂਗਰਸ ਨਾਲ ਘੱਟੋ ਘੱਟ ਮੈਂ ਤੇ ਉਹ ਬੰਦਾ ਕਿ ਵੱਢਿਆ ਨਹੀਂ ਜਾ ਸਕਦਾ, ਮੈਂ ਤਾਂ ਏਡੀ ਵੱਡੀ ਲੜਾਈ ਲੜਨ ਵਾਲਾ ਹੁੰਦਾ ਨਾਲ। ਔਰ ਦੂਜੀ ਪਾਰਟੀ ਫਿਰ ਕਿਹੜੀ ਆ ਜਿਹੜੀ ਅੱਜ ਸਾਡੇ ਮਸਲੇ ਨੂੰ ਹੱਲ ਕਰਾ ਸਕਦੀ ਹੋਵੇ। ਔਰ ਮੈਂ ਕੋਈ ਵੈਸੇ ਵੇਗਲੀ ਇਹ ਸੋਚ ਕੇ ਨਹੀਂ ਆ ਕਿ ਮਸਲੇ ਹੱਲ ਕਰਾ ਸਕਦੀ ਹੈ, ਵੇਗ ਗੱਲ ਨਹੀਂ ਹੈਗੀ। ਇਸ ਦੌਰਾਨ ਮੈਂ ਡਿਸਕਸ਼ਨ ਕੀਤੀ, ਉਹ ਸਿਚੁਏਸ਼ਨ ਅਰਾਈਜ਼ ਹੋ ਗਈ ਅਫਗਾਨਿਸਤਾਨ ਦੇ ਸਿੱਖਾਂ ਨੂੰ ਲੈ ਕੇ, ਉਹਨਾਂ ਦੇ ਆਉਣ ਨੂੰ ਲੈ ਕੇ। ਉਸ ਟਾਈਮ ਮੈਨੂੰ ਆਪਣੇ ਦਾ ਅਮਿਤ ਸ਼ਾਹ ਜੀ ਨਾਲ ਗੱਲ ਕਰਨ ਦੀ ਮੈਂ ਕੋਸ਼ਿਸ਼ ਕੀਤੀ 2 ਦਿਨ। ਦੂਜੇ ਦਿਨ ਮੈਨੂੰ ਉਹਨਾਂ ਨੇ ਅਗਲੇ ਦਿਨ ਉਹਨਾਂ ਦਾ ਮੈਨੂੰ ਫੋਨ ਆਉਂਦਾ ਹੈ। ਮੈਂ ਉਹਨਾਂ ਨੂੰ ਗੱਲ ਦੱਸੀ ਕਿ ਮੇਰੀ ਪ੍ਰੋਬਲਮ ਹੈ ਸਵੇਰੇ 8:30 ਵਜੇ, ਮੇਰੀ ਬਹੁਤ ਜ਼ਰੂਰੀ। ਉਹਨੇ ਕਿਹਾ ਮੈਂ ਮਿਲ ਲੂੰਗਾ, ਮੈਂ ਬੁਲਾਤਾ ਹੂੰ ਆਪਕੋ। ਮੈਂ ਕਿਹਾ ਜੀ ਮੈਨੂੰ ਹੁਣੇ ਮਿਲਣਾ ਹੈ, ਬਹੁਤ ਦਿੱਕਤ ਆ, ਕਿਸੇ ਦੀ ਜਾਨ ਤੇ ਬਣ ਆਈ ਆ। ਉਹਨਾਂ ਮੈਨੂੰ 10:30 ਦਾ ਟਾਈਮ ਦਿੱਤਾ, ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਔਰ ਮੈਂ ਧਾਲੀਵਾਲ ਸਾਹਿਬ, ਮੈਂ ਦੱਸਾਂ, ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਹੂੰਗਾ, ਮੈਂ ਉਹਨਾਂ ਕੋਲ ਕੇਵਲ ਇੱਕ ਕੰਮ ਵਾਸਤੇ ਗਿਆ ਸੀ ਕਿ ਵੀਜ਼ਾ ਇਸ਼ੂ ਕਰਾ ਦਿਓ ਜੀ। ਮੈਂ ਇਸ ਕਰਕੇ ਨਹੀਂ ਗਿਆ ਸੀ, ਅਫਗਾਨਿਸਤਾਨ ਦੇ ਸਿੱਖ ਮੰਗ ਹੀ ਇਹ ਰਹੇ ਸੀ ਜੀ ਵੀ ਸਾਨੂੰ ਵੀਜ਼ਾ ਇਸ਼ੂ ਕਰ ਦਿਓ, ਅਸੀਂ ਆਪਣੇ ਆਪ ਘੁੰਮ ਘਮਾ ਕੇ ਕਿਸੇ ਪਾਸੋਂ ਇੰਡੀਆ 'ਚ ਵੜ ਆਵਾਂਗੇ। ਕਹਿੰਦੇ ਯਾਰ ਵੀਜ਼ਾ क्यों इशू करना, हम उनको लेके आएंगे। अमित शाह जी ने गल कही बिल्कुल, हम उनको लेके आएंगे। अरे सर साहब भाई हम उनको लेके आएंगे। मैं क्या जी फिर तो यार बहुत मेहरबानी सर, तुम सोच ही सकते यार किन्नी जाना तो उन्होंने बना ही है भाई, हम तो करना चाहते हैं आपका। अरे भाई आप लोगों के साथ नहीं देते, हम तो हर जगह खड़े हैं आपके लिए। उस गल ने ਤੁਹਾਡਾ ਦਿਲ ਜਿੱਤ ਲਿਆ, ਜੈਨੂਅਲੀ ਜਿੱਤ ਲਿਆ ਯਾਰ। ਮੈਂ ਕਹਿੰਦਾ ਮੈਂ ਉਹ ਭਾਵਨਾ ਵਿਅਕਤ ਨਹੀਂ ਕਰ ਪਾ ਰਿਹਾ ਇੱਥੇ, ਇੰਨੇ ਵੱਡੇ ਬੰਦੇ ਵੱਲੋਂ ਜਿਹੜੇ ਉਹ ਬੋਲ ਚੁ ਮੈਂ ਨਹੀਂ ਵਿਅਕਤ ਕਰ ਪਾ ਰਿਹਾ ਸ਼ਾਇਦ। ਲੇਕਿਨ ਉੱਥੇ ਗੱਲ ਖਤਮ ਨਹੀਂ ਹੋ ਗਈ, ਉੱਥੇ ਗੱਲ ਖਤਮ ਨਹੀਂ ਹੋ ਗਈ। ਉਹਨਾਂ ਨੇ ਮੈਨੂੰ, ਮੈਂ ਉਹਨੂੰ ਦੱਸਿਆ ਕਿ ਯਾਰ ਤੁਸੀਂ ਉਹਨੂੰ ਕਹਿ ਦਿਓ, ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੇਪੀ ਸਿੰਘ ਨੂੰ ਕਹਿ ਦਿਓ ਉਹ ਫਾਈਲ ਜਿਹੜੀ ਆ ਹੋਮ ਮਿਨਿਸਟਰ ਚਲੀ ਗਿਆ। ਔਰ ਇਹ ਕਹਿੰਦੇ ਕਿਆ ਕਹਿੰਦੇ ਉनको लेके आएंगे भाई। मैंने कहते आप 29 मेरे उन्होंने मीटिंग से मैंने कहते आप 29 तारीख को आओ शाम को, सिरसा यहीं शाम को आपको पंजाबी खाना खिलाएंगे और आपका काम करके भेजेंगे यहीं से।
ਮੈਂ ਆਪਣੇ 29 ਤਰੀਕ ਦੇ ਇੰਤਜ਼ਾਰ 'ਚ ਹੋ ਗਿਆ, 26 ਦੀ ਗੱਲ ਆ ਸ਼ਾਇਦ, ਮੈਂ ਐਗਜ਼ੈਕਟ ਨਹੀਂ ਕਹਿ ਸਕਦਾ, ਮੈਂ ਤਾਂ ਕਿਦੋਂ 26। ਤੁਸੀਂ ਸਿਰਸਾ ਸਾਹਿਬ, ਮੈਂ ਮਾਫੀ ਚਾਹੂੰਗਾ, ਤੁਸੀਂ ਇੱਕ ਗੱਲ ਇਹ ਵੀ ਕਹੀ ਹੈ ਵੀ ਕਾਂਗਰਸ 'ਚ ਮੈਂ ਜਾ ਨਹੀਂ ਸਕਦਾ ਸੀ ਸਿੱਖਾਂ ਨਾਲ ਕੀ ਕੁਝ ਹੋਇਆ, ਪਰ ਅਡਵਾਨੀ ਸਾਹਿਬ ਨੇ ਕਮਿਟ ਵੀ ਕੀਤਾ ਸੀ ਕਿਸੇ ਵੇਲੇ ਵੀ ਅਸੀਂ ਵੀ ਸਾਥ ਦਿੱਤਾ ਸੀਗਾ, ਫਿਰ ਕਿਵੇਂ ਹੋ ਗਿਆ? ਲੋਕ ਜਿਹੜੀ ਅੱਜ ਕੱਲ੍ਹ ਜੇ ਆਪਾਂ ਸੋਸ਼ਲ ਮੀਡੀਆ ਦੀ ਵੀ ਗੱਲ ਕਰਦੇ ਹੋ, ਤੁਸੀਂ ਵੀ ਬੜੇ ਐਕਟਿਵ ਰਹਿੰਦੇ ਹੋ, ਲੋਕ ਕਹਿੰਦੇ ਆ ਵੀ ਸਿੱਖ ਹੀ ਰਵੇ, ਸਿੱਖ RSS ਨਾਲ ਨਾ ਜਾਵੇ, ਕਿਵੇਂ ਹੋ? ਠੀਕ ਹੈ, ਮੈਂ ਪਹਿਲਾਂ ਇੱਕ ਜਵਾਬ ਦੇਣਾ, ਫਿਰ ਮੈਂ ਵਾਲਾ ਜਵਾਬ ਦਊਂਗਾ। ਮੈਨੂੰ ਸਵਾਲ ਥੋੜ੍ਹਾ ਯਾਦ ਆ। ਇਹ ਗੱਲ ਫਿਰ ਜਿਹੜੀ ਆ 29 ਥਾਂ ਤੇ 30 ਤਰੀਕ ਤੱਕ ਚਲੇਗੀ। 30 ਤਰੀਕ ਨੂੰ ਮੈਂ ਉਹਨਾਂ ਦੇ ਨਾਲ ਬੈਠਾ, ਮੈਂ ਤਕਰੀਬਨ 3.5 ਘੰਟੇ ਦੇ ਆਸ-ਪਾਸ ਡਿਨਰ ਉਹਨਾਂ ਦੇ ਨਾਲ ਮੈਂ ਕੀਤਾ, ਰਾਤ ਦੇ ਆਈਸਕ੍ਰੀਮ ਤੱਕ ਵੀ ਉਹਨਾਂ ਦੇ ਨਾਲ ਰਿਹਾ। 12:30 ਪੌਣੇ 1 ਵਜੇ ਮੈਂ ਉੱਥੋਂ ਨਿਕਲਿਆ। ਉਹ 3.5 ਘੰਟਿਆਂ ਦੇ ਅੰਦਰ ਉਹਨਾਂ ਨੇ ਦੇਸ਼ ਦੀਆਂ ਇੰਨੀਆਂ ਚਰਚਾਵਾਂ ਕੀਤੀਆਂ ਕਿ ਮੈਂ ਉਹ 3.5 ਘੰਟੇ ਦੀ ਗੱਲਾਂ ਮੈਂ 3.5 ਘੰਟਿਆਂ 'ਚ ਹੀ ਦੱਸ ਪਾਊਂਗਾ ਸ਼ਾਇਦ, ਜਿਹੜੇ 2 ਘੰਟਿਆਂ 'ਚ। ਉਹ 'ਚ ਉਹਨਾਂ ਨੇ ਬਾਦਲ ਸਾਹਿਬ ਨਾਲ ਉਹਨਾਂ ਦੇ ਕੈਸੇ ਰਿਲੇਸ਼ਨ ਰਹੇ, ਬਾਦਲ ਸਾਹਿਬ ਨਾਲ ਉਹਨਾਂ ਦੀ ਕੀ ਇੰਟਰੈਕਸ਼ਨ ਹੋਈਆਂ, ਕਿਤਨਾ ਉਹਨਾਂ ਨੇ ਆਪਣੀ ਪਾਰਟੀ ਦੇ ਬਾਰੇ 'ਚ, ਉਹਨਾਂ ਆਪਣੇ ਪਰਿਵਾਰ ਦੀਆਂ ਮੇਰੇ ਨਾਲ ਬੜੀਆਂ ਸ਼ੇਅਰ ਗੱਲਾਂ ਕੀਤੀਆਂ। ਮੈਂ ਉਹਨਾਂ ਨੂੰ ਸਿੱਖਾਂ ਦੀਆਂ ਗੱਲਾਂ ਦੱਸੀਆਂ, ਸਿੱਖ ਕਿਵੇਂ ਨੇ, ਉਹ ਕੀ ਕਰਨਾ ਚਾਹੁੰਦੇ ਨੇ, ਉਹਨਾਂ ਦੀ ਸੋਚ ਕੀ, ਉਹ ਕੀ, ਉਹਨਾਂ ਦੀ ਮੰਗਾਂ ਕੀ ਨੇ, ਉਹ ਕਿਤਨਾ, ਉਹਨਾਂ ਦੀ ਡਿਮਾਂਡਸ ਕਿਹੜੀਆਂ ਜੈਨੂਨ ਨੇ, ਉਹ ਤੇ ਸਾਰੀ ਲੰਬੀਆਂ डिस्कशन हुई। और उन्होंने बार बार एको गल सी, करना चाहते हैं सिरसा, आप लोग नहीं करना, आप हमारा साथ दो, हम करना चाहते हैं। तो मैं बिल्कुल, उन्होंने मैंने ऑफर की थी कि यार आप लोगों को, आपके पास बड़ा प्लेटफॉर्म है, आप देश की हर जगह बात करते हो, हर जगह पहुँचते हो। और मैं आज TV चैनल पर कह रहे हैं, और मैं उदों भी गल कही सी, अगर तुहानूं याद हो, जम्मू कश्मीर च मैं गया सीगा, तो तकरीबन 11 साढ़े 11 12 बजे के बाद मैं जो अमित शाह नूं फोन करके कहा मैं गल करना चाहुंदा, अगले दिन उन्होंने मैंने फोन आता है, मेरे सारे लोग मेरे नाल बैठे सी जम्मू कश्मीर वाले, मैंने उन्होंने कहा यार आप अपनी बेटी वापस लेके आओ, सरकार आपकी, जो आप कर सकते हो लाओ, पर अपनी बेटी वापस लो, बिल्कुल बेटी नहीं रहनी चाहिए। और सारा प्रशासन साडे अगे पिछे तुरिया फिरदा सीगा। तो मैं वो बंदे की गल देखी कि जदों कहंदा है, दूजी गल तुसीं मैनूं जिहड़ी गल सवाल कीता सी बड़ा इंपॉर्टेंट है भाजी, मैं जिन्हां दे नाल अज खड़ा है, ਜਿਹੜੇ ਲੋਕਾਂ ਦੇ ਨਾਲ ਅੱਜ ਅਸੀਂ ਖੜੇ ਹਾਂ, ਮੈਂ ਉਹਨਾਂ ਦੀ ਗੱਲ ਦਾ ਤਾਂ ਤੁਹਾਨੂੰ ਕਹਿ ਸਕਦਾ ਕਿ ਅਗਰ ਇਹਨਾਂ ਦੀ ਗੱਲ ਸੋਚੇ ਹੋਊਗੀ ਤੇ ਮੈਂ ਉਸ ਪਾਰਟੀ 'ਚ ਮੇਰਾ ਕੋਈ ਕੰਮ ਨਹੀਂ ਹੈਗਾ। ਜਿਹੜੇ ਲੋਕ ਅੱਜ ਰੈਲੀਵੈਂਸ ਨਹੀਂ, ਜਿਹੜੇ ਲੋਕ ਅੱਜ ਐਗਜ਼ਿਸਟ ਨਹੀਂ ਕਰਦੇ ਇਸ ਪਾਰਟੀ ਦੇ ਅੰਦਰ, ਉਹਨਾਂ ਲੋਕਾਂ ਦੀ ਗੱਲ ਦੇ ਉੱਤੇ ਮੈਂ ਅਗਰ ਮੈਂ ਜਵਾਬ ਦੂੰ, ਫਿਰ ਕਿਸੇ ਪਾਰਟੀ 'ਚ ਆਪਾਂ ਖਲੋ ਨਹੀਂ ਸਕਦੇ, ਫਿਰ ਤੁਹਾਨੂੰ ਨਾਮ ਦੇਣਾ ਪਊਗਾ। ਮੈਂ ਜਦੋਂ ਸ਼੍ਰੋਮਣੀ ਅਕਾਲੀ ਦਲ ਸੀਗਾ, ਲੋਕ ਮੈਨੂੰ ਤਾਂ ਵੀ ਗਾਲਾਂ ਕੱਢਦੇ ਸੀ, ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ, ਲੋਕ ਕਹਿੰਦੇ ਸੀ ਬਰਗਾੜੀ ਹੋਈ ਆ। ਪਰ ਮੈਨੂੰ ਦੱਸੋ, ਮੈਂ ਤੇ ਕੰਮ ਕਰ ਗਿਆ, ਮੈਂ ਤੇ ਹਰ ਜਗ੍ਹਾ ਪਹੁੰਚਿਆ ਨਾ, ਮੈਂ ਤੇ ਸਿੱਖ ਦੀ ਲੜਾਈ ਲੜੀ ਆ ਨਾ। ਮਨਜਿੰਦਰ ਸਿੰਘ ਸਿਰਸਾ ਹਰ ਜਗ੍ਹਾ ਪਹੁੰਚਦੇ ਨੇ, ਪਰ ਲੋਕਾਂ ਨੂੰ ਕਿਵੇਂ ਕਲੀਅਰ ਕਰਨਗੇ ਵੀ ਮਨਜਿੰਦਰ ਸਿੰਘ ਸਿਰਸਾ ਇੱਕ ਸਿੱਖਾਂ ਦੇ ਨਾਲ ਨੇ, ਇੱਕ ਸਿੱਖ ਨੇ ਸਿੱਖਾਂ ਦੇ ਨਾਲ ਨੇ, ਕਿ ਉਹ RSS ਦੇ ਨਾਲ ਨੇ? ਲਾਈਨ ਕਿਵੇਂ ਤੁਹਾਡੀ ਕਲੀਅਰ ਹੋਊ? ਅੱਜ 3 ਤਰ੍ਹਾਂ ਨਾਲ ਲੋਕ ਰਿਐਕਟ ਕਰ ਰਹੇ ਨੇ ਜੀ। ਹਜ਼ਾਰਾਂ ਮੇਰੇ ਫੋਨ ਅੰਦਰ WhatsApp ਨੇ, ਜਿਹੜੇ ਲੋਕ ਵਧਾਈ ਦੇ ਰਹੇ ਨੇ, ਯਾਰ ਸਿਰਸਾ ਜੀ ਇਹ ਜਿਹੜੀ ਵਾਕਈ ਸਿੱਖ ਦੀ ਲੜਾਈ ਹੋ ਰਹੀ ਸੀ, ਇਹਨੂੰ ਸਿੱਖ ਵਰਸਸ BJP, ਸਿੱਖ ਵਰਸਸ ਸਟੇਟ ਬਣਾਇਆ ਸੀ, ਯਾਰ ਬੜਾ ਵਧੀਆ ਫੈਸਲਾ ਕੀਤਾ, ਸਾਡੀ ਲੜਾਈ ਨੂੰ ਤੁਸੀਂ थाम लाई, रोक लाई। दूजे लोग मेरे अपने शुभ चिंतक, और उसके अलावा भी वो फोन के उत्ते मैनू WhatsApp मैसेज भेज रहे हैं जिस चों माड़ा चंगा बोल के भेज पे। कई लोगों ने मैनू फोटो पाई है जिस मेरी निक्कर पाई हुई है जी। तीजे वो भी लोग ने जिहड़े कह रहे यार सिरसा जी तुसीं जिथे भी चले गए जे, ਅਸੀਂ ਤੁਹਾਡੇ ਪਾਰਟੀ ਨਾਲ ਨਹੀਂ ਸੀ, ਪਰ ਅਸੀਂ ਤੁਹਾਡੇ ਨਾਲ ਅੱਜ ਵੀ ਹਾਂ, ਸਾਨੂੰ ਉਮੀਦ ਆ ਕਿ ਤੁਸੀਂ ਇੱਥੇ ਖੜੇ ਹੋ ਕੇ ਵੀ ਆਪਣੀ ਸਿੱਖੀ ਵਾਲੀ ਗੱਲ ਦੇ ਜਜ਼ਬੇ ਨੂੰ ਨਹੀਂ ਛੱਡੋਗੇ। 3 ਤਰ੍ਹਾਂ ਦੇ ਲੋਕ ਨੇ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੇ ਮੇਰੇ ਨਾਲ ਖੜੇ ਨੇ, ਮੈਂ ਉਹਨਾਂ ਨੂੰ ਸੀਸ ਨਵਾ ਕੇ ਉਹਨਾਂ ਦਾ ਧੰਨਵਾਦ ਕਰਦਾ। ਜਿਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਆ ਕਿ ਮੈਂ ਚਲੇ ਗਿਆ ਪਰ ਮੈਂ ਉਹਨਾਂ ਲਈ ਖੜਾ ਰਹੂੰਗਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਪਰ ਜਿਹੜੇ ਮੈਨੂੰ ਗਾਲਾਂ ਕੱਢਦੇ ਪਏ ਨੇ, ਆਖਰਕਾਰ ਉਹਨਾਂ ਦਾ ਵੀ ਕੋਈ ਤੇ ਮੇਰੇ ਨਾਲ ਸੰਬੰਧ ਹੋਊਗਾ ਨਾ, ਜਾਂ ਤਾਂ ਮੈਨੂੰ ਪਿਆਰ ਕਰਦੇ ਹੋਣਗੇ, ਜਾਂ ਉਹ ਮੇਰੇ ਤੇ ਵਿਸ਼ਵਾਸ ਕਰਦੇ ਹੋਣਗੇ, ਜਾਂ ਮੇਰੇ ਤੋਂ ਉਮੀਦ ਕਰਦੇ ਹੋਣਗੇ। ਮੈਂ ਉਹਨਾਂ ਦੀ ਉਮੀਦ ਤੇ ਅੱਜ ਨਹੀਂ ਖਰਾ ਉਤਰ ਸਕਦਾ, ਬੋਲ ਕੇ ਨਹੀਂ ਹੋ ਸਕਦਾ। ਪਰ ਜਦੋਂ ਪ੍ਰੈਕਟੀਕਲੀ ਕੰਮ ਦੇਖਣਗੇ, ਜਦੋਂ ਮੈਂ ਅਕਾਲੀ ਦਲ ਸੀਗਾ ਨਾ, ਉਦੋਂ ਲੋਕ ਜਿਹੜੇ ਮਾੜਾ ਬੋਲਦੇ ਸੀ, ਆਖਰਕਾਰ ਕੰਮਾਂ ਦੇ ਨਾਲ ਤੇ ਮੇਰੇ ਨਾਲ ਖੜੇ ਹੋਏ ਬਾਅਦ 'ਚ। ਤੇ ਜਦੋਂ ਇਹਨਾਂ ਦੇ ਵੀ ਕੰਮ ਮੇਰੇ ਦੇਖਣਗੇ, ਮੇਰੇ ਨਾਲ ਖੜੇ ਹੋਣਗੇ। ਤੇ ਜੇ ਮੈਂ ਨਹੀਂ ਕਰੂੰਗਾ ਤੇ ਫਿਰ ਭਾਈ ਗਾਲਾਂ ਦਾ ਤੇ ਭਾਗੀਦਾਰ ਬਣੂੰਗਾ ਹੀ ਬਣੂੰਗਾ ਮੈਂ। ਜੀ। ਸਿਰਸਾ ਸਾਹਿਬ ਇੱਕ ਇਹ ਵੀ ਹੈ, ਤੁਸੀਂ ਕਿਹਾ ਵੀ 3.5 ਘੰਟੇ ਡਿਸਕਸ਼ਨ ਹੋਈ, ਡਿਨਰ ਵੀ ਇਕੱਠਿਆਂ ਨੇ ਕੀਤਾ, ਆਈਸਕ੍ਰੀਮ ਵੀ ਇਕੱਠਿਆਂ ਨੇ ਖਾਧੀ, ਪਰ ਇਹ ਵੀ ਕਿਹਾ ਜਾਂਦਾ ਹੈਗਾ ਵੀ ਬੱਕਰੇ ਨੂੰ ਹਲਾਲ ਕਰਨ ਤੋਂ ਪਹਿਲਾਂ ਸ਼ਿੰਗਾਰਿਆ ਬੜਿਆ ਜਾਂਦਾ, ਕਿਤੇ ਉਹ ਨਾ ਹੋ ਜੇ। ਜੇ ਉਹ ਹੋ ਗਈ ਫਿਰ ਮੈਂ ਇਹ ਕਹੂੰਗਾ ਕਿ ਮੈਂ ਇਹ ਮੰਨ ਕੇ ਚੱਲੂੰਗਾ ਨਾ ਵੀ ਕੋਈ ਗੱਲ ਨਹੀਂ, ਮੈਂ ਤੇ ਆਪਣੇ ਨੂੰ ਵਿਸ਼ਵਾਸ 'ਚ ਨਹੀਂ ਕਮੀ ਛੱਡੀ ਨਾ। ਮੇਰੀ ਗੱਲ ਸੁਣੋ, ਮੈਂ ਤੇ ਕਮੀ ਨਹੀਂ ਛੱਡੀ ਨਾ। ਤੇ ਜੇ ਮੇਰੇ ਨਾਲ ਫੇਰ ਵੀ ਨਹੀਂ ਹੋਊਗਾ, ਜਿਵੇਂ ਤੁਸੀਂ ਕਿਹਾ ਕਿ ਬੱਕਰੇ ਵਰਗੂ ਮੈਨੂੰ ਝਟਕਾ ਦੂਗਾ, ਤੇ ਕੋਈ ਗੱਲ ਨਹੀਂ, ਮੈਨੂੰ ਝਟਕਾ ਦੂਗਾ, ਪਰ ਗਾਂਹ ਮੈਂ ਤੇ ਝਟਕਾ ਹੋ ਜਾਊਗਾ ਮੇਰਾ ਤੇ, ਪਰ ਗਾਂਹ ਵਾਲੇ ਤਾਂ ਸਚੇਤ ਹੋ ਜਾਣਗੇ। ਕੋਈ ਗੱਲ ਨਹੀਂ, ਜੇ ਮੇਰੀ ਕੁਰਬਾਨੀ ਦੇ ਨਾਲ ਵੀ ਗਾਂਹ ਵਾਲੇ ਸਚੇਤ ਹੋ ਜਾਣਗੇ। ਜੀ। ਇੱਕ ਖਾਸ ਤੌਰ ਦੇ ਉੱਤੇ ਜਿਹੜੀ ਜਦੋਂ ਕਿਸਾਨੀ ਅੰਦੋਲਨ ਚੱਲਿਆ, ਜਿਹੜੀਆਂ ਰਿਹਾਈਆਂ ਕਰਾਈਆਂ ਤੁਸੀਂ, ਉਹ ਬੰਦਿਆਂ ਦੇ ਨਾਲ ਵੀ ਤੁਸੀਂ ਸੰਪਰਕ 'ਚੋਂ ਉਹ ਵੀ ਨਾਲ ਖੜਨਗੇ ਹੁਣ BJP ਦੇ ਆ ਕੇ, ਖਾਸ ਕਰਕੇ ਪੰਜਾਬ ਦੇ ਲੋਕ? ਦੇਖੋ, ਮੈਂ ਕਿਸੇ ਨੂੰ ਨਹੀਂ ਇਹ ਗੱਲ ਕਹੀ, ਨਾ ਮੈਂ ਕਹੀ ਹੈ ਨਾ ਮੈਂ ਕਹਿਣੀ ਹੈ। ਮੇਰਾ ਪਰਪਸ ਆਪਣਾ ਕੰਮ ਕਰਕੇ ਦਿਖਾਉਣਾ ਹੈ। ਮੈਂ ਤੁਹਾਨੂੰ ਅੱਜ ਦਾਅਵੇ ਨਾਲ ਇਹ ਗੱਲ ਕਹਿ ਦਿੰਦਾ, ਮੈਂ ਤੁਹਾਨੂੰ ਇਹ ਦੱਸਾਂ ਜੀ, ਧਾਲੀਵਾਲ ਸਾਹਿਬ, ਮੇਰੀ ਇਸ ਕਹਿਣ ਨਾਲ ਕਰਨਾ ਕੋਈ ਫਰਕ ਨਹੀਂ ਪੈਣਾ ਜੀ, ਪਰ ਮੈਂ ਕਹਿ ਸਕਦਾ ਕਿ ਪੰਜਾਬ ਤੋਂ ਹਜ਼ਾਰਾਂ ਲੋਕਾਂ ਦੇ, ਹਜ਼ਾਰਾਂ ਮੀਨਸ ਹਜ਼ਾਰਾਂ ਲੋਕਾਂ ਦੇ ਮੈਸੇਜ ਆ ਰਹੇ ਨੇ,
ਅਸੀਂ ਜੁਆਇਨ ਕਰਨਾ ਚਾਹੁੰਦੇ ਯਾਰ ਸਿਰਸਾ ਜੀ ਤੁਸੀਂ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਦਿਖਾ ਕੇ ਮੈਂ ਉੱਥੇ ਨਹੀਂ ਦਿਖਾਊਂਗਾ ਪਰ ਮੈਂ ਤੁਹਾਨੂੰ ਜ਼ਰੂਰ ਇੱਕ ਸਕਰੀਨਸ਼ਾਟ ਦਿਖਾ ਦੂੰਗਾ ਔਰ ਇਹ ਸਕਰੀਨਸ਼ਾਟ ਤੋਂ ਤੁਸੀਂ ਖੁਦ ਇਸ ਗੱਲ ਦਾ ਮਤਲਬ ਕੱਢ ਸਕਦੇ ਜੇ ਵੀ ਅਗਰ ਆ ਹਾਲਾਤ ਨੇ ਇਹਨਾਂ ਇਹੋ ਜਿਹੇ ਲੋਕ ਵੀ ਮੈਨੂੰ ਮੈਸੇਜ ਕਰ ਰਹੇ ਨੇ ਆ ਮੈਂ ਤੁਹਾਨੂੰ ਕਹੂੰਗਾ ਆ ਮੈਸੇਜ ਪੜ੍ਹ ਦਿਓ ਜੇ ਉਤਲੀ ਫੋਟੋ ਤੇ ਨਾਮ ਨਾ ਦੱਸਿਓ ਮੈਸੇਜ ਪੜ੍ਹ ਦਿਓ ਕੀ ਲਿਖਿਆ ਹੈ ਬਹੁਤ ਵਧੀਆ ਫੈਸਲਾ ਸਰ ਨਾਮ ਨਾ ਪੜਿਓ ਜੇ ਅੱਗੇ ਜੀ ਔਰ ਅੱਗੇ ਪੜ੍ਹ ਲਓ ਲਿਖਿਆ ਗਿਆ ਤੁਸੀਂ ਆਪ ਪੜ੍ਹ ਲਓ ਔਰ ਉੱਤੇ ਫੋਟੋ ਦੇਖੋ ਡੀਪੀ 'ਚ ਜੀ ਦੇਖ ਪਾ ਰਹੇ ਜੀ ਫੋਟੋ ਜੀ ਬਿਲਕੁਲ ਜੀ ਇਹ ਲੋਕਾਂ ਦੇ ਵਿਊਜ਼ ਨੇ ਇੱਕ ਦੇ ਨਹੀਂ ਸੋ ਮੈਂ ਕਹਿੰਦਾ ਕਿ ਜਿਹੜਾ ਜੁਆਇਨ ਕਰਨਾ ਚਾਹੁੰਦਾ ਆਵੇ ਮੈਂ ਤੇ ਲੋਕਾਂ ਨੂੰ ਜ਼ਰੂਰ ਕਹੂੰਗਾ ਆਪਾਂ ਇੱਕ ਕਨਫਰੰਟੇਸ਼ਨ ਚੋਂ ਬਾਹਰ ਨਿਕਲੀਏ ਤੇ ਪੰਜਾਬ ਦੇ ਅੱਜ ਦੇਖੋ ਨਾ ਪੰਜਾਬ 'ਚ ਕੀ ਹੋ ਰਿਹਾ ਹਰ ਕੋਈ ਇੱਕ ਦੂਜੇ ਦੇ ਦੋਸ਼ ਲਾ ਕੇ ਤੇ ਗੰਦ ਪਾ ਰਿਹਾ ਹੈ ਠੀਕ ਆ 4 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਹੈ ਕੋਈ ਗੱਲ ਸੋਚ ਰਿਹਾ ਇਹਦੀ ਯਾਰ ਪੰਜਾਬ ਨੂੰ ਕਿੱਥੇ ਧੂ ਕੇ ਲੈ ਗਏ ਜੇ ਨਸ਼ਿਆਂ ਦਾ ਗੜ ਬਣਾਤਾ ਪੰਜਾਬ ਨੂੰ ਕੀ ਸੋਚ ਰਹੇ ਜੇ ਪੰਜਾਬ ਦੇ ਬਾਰੇ 'ਚ ਪਤਾ ਕੀ ਕਹਿੰਦੇ 3 ਰੁਪਏ 'ਚ ਬਿਜਲੀ ਦੇਵਾਂਗੇ 2 ਰੁਪਏ 'ਚ ਦੇਵਾਂਗੇ 5 ਰੁਪਏ 'ਚ ਦੇਵਾਂਗੇ ਯਾਰ ਬਿਜਲੀ ਤੇ ਦੇ ਦੋਗੇ 3 ਰੁਪਏ 'ਚ ਇਹ ਪੱਖੇ ਕੌਣ ਖਰੀਦੂਗਾ ਜਦੋਂ ਪੈਸੇ ਹੀ ਨਹੀਂ ਹੋਣਗੇ ਪੰਜਾਬ ਦਾ ਸਿੱਖ ਤੇ ਉਹ ਆ ਪੰਜਾਬੀ ਜਿਹੜਾ ਅਮਰੀਕਾ 'ਚ ਜਾ ਕੇ 12 ਰੁਪਏ ਯੂਨਿਟ 15 ਰੁਪਏ 20 ਰੁਪਏ 25 ਰੁਪਏ ਯੂਨਿਟ ਬਿਜਲੀ ਖਰੀਦ ਰਿਹਾ ਕਿਉਂਕਿ ਉਹਦੀ ਆਮਦਨ ਹੈ ਸਿਰਸਾ ਸਾਹਿਬ ਇੱਕ ਮੇਰੀ ਬੇਨਤੀ ਸੁਣੋ ਪੰਜਾਬ ਦੀ ਗੱਲ ਚਿੰਤਾ ਕਰਦਾ ਪਿਆ ਇਹ ਵਾਲੀ ਕੋਈ ਹੁਣ 1000 ਰੁਪਏ ਤੈਨੂੰ ਦੇਵਾਂਗੇ ਮਾਂ ਨੂੰ ਤੇਰੀ ਭੈਣ ਨੂੰ 2000 ਰੁਪਏ ਦੇ ਯਾਰ ਸਾਨੂੰ ਤੇ ਭਿਖਾਰੀ ਵਾਲੇ ਪਾਸੇ ਤੋਰ ਲਿਆ ਮੈਂ ਸਮਝਦਾ ਗਲਤ ਕੰਮ ਹੋ ਰਿਹਾ ਪੰਜਾਬ 'ਚ ਸਿਰਸਾ ਸਾਹਿਬ ਫਿਰ ਬੀਜੇਪੀ ਕੋਲੇ ਇਹ ਜੀ ਕਿਹੜੀ ਗਿੱਦੜ ਸਿੰਘੀ ਹੈ ਜਿਹੜਾ 4 ਲੱਖ ਕਰੋੜ ਮਾਫ ਹੋ ਜੂ ਕਰਜ਼ਾ ਨਾ ਕੋਈ ਨਹੀਂ ਕਰ ਸਕੇਗਾ ਤੁਹਾਨੂੰ ਕੀ ਕਰਨਾ ਪਊਗਾ ਜੇ ਬੀਜੇਪੀ ਜਿਹੜੀ ਮੈਂ ਉਹਨਾਂ ਨੂੰ ਗੱਲ ਪੰਜਾਬ ਦੇ ਅੰਦਰ ਸੋਰਸਿਸ ਨੈਚੁਰਲ ਬਹੁਤ ਨੇ ਕਣਕ ਕਪਾਹ ਚਾਵਲ ਪਰ ਫੈਕਟਰੀ ਭੱਜ ਗਈ ਲੜਾਈਆਂ 'ਚ ਅਸਥਿਰਤਾ ਨੇ ਸਾਰਾ ਕੁਝ ਤਾਸ਼ ਤੈਸ਼ ਨੈਸ਼ ਕਰ ਦਿੱਤਾ ਹੈ ਇਨਸਿਕਿਉਰਿਟੀ ਨੇ ਲੋਕਾਂ ਨੂੰ ਭਜਾ ਦਿੱਤਾ ਉੱਥੋਂ ਬੀਜੇਪੀ ਨੂੰ ਤਾਂ ਵੱਡੇ ਘਰਾਣਿਆਂ ਦੀ ਪਾਰਟੀ ਕਿਹਾ ਜਾਂਦਾ ਤੁਸੀਂ ਕਬਜ਼ਾ ਕਰਾਉਣਾ ਚਾਹੁੰਦੇ ਹੋ ਪੰਜਾਬ ਤੇ ਠੀਕ ਆ ਅਗਰ ਇਹ ਵਰਡ ਆ ਇੰਡਸਟਰੀ ਲਾਉਣਾ ਕਬਜ਼ਾ ਕਰਾਉਣਾ ਹੈ ਤੇ ਫਿਰ ਠੀਕ ਆ ਮੈਂ ਤਾਂ ਕੁਝ ਨਹੀਂ ਬੋਲ ਸਕਦਾ ਮੇਰੀ ਕੀ ਹੈਸੀਅਤ ਆ ਭਾਈ ਜੇ ਆਪਣੀ ਸਾਈਕੀ ਇਹ ਆ ਕਿ ਇੰਡਸਟਰੀ ਲਾਉਣਾ ਕਬਜ਼ਾ ਕਰਾਉਣਾ ਹੈ ਭਾਈ ਮੈਂ ਇਹਦੇ ਤੇ ਕੁਝ ਜਵਾਬ ਨਹੀਂ ਦੇ ਸਕਦਾ ਫਿਰ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਜੀ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਬਹੁਤ ਸਮਝਦਾਰ ਜੇ ਤੁਹਾਡੀ ਸਾਈਕੀ ਦੇ ਮੁਤਾਬਕ ਪੰਜਾਬ ਨੂੰ ਅੱਗੇ ਵਧਣਾ ਚਾਹੀਦਾ ਵੀ ਤੁਸੀਂ ਉਹਨਾਂ ਨੂੰ ਮਾਡਲ ਦਿਓ ਲੋਕਾਂ ਦੇ ਹੁਣ ਵੀ ਕਮੈਂਟ ਆ ਰਹੇ ਵੀ ਇਦਾਂ ਵੀ ਕੁਝ ਹੋ ਸਕਦਾ ਹੈਗਾ ਖਾਸ ਕਰਕੇ ਜਦੋਂ ਦੀ ਇਹ ਚਰਚਾ ਚੱਲੀ ਹੈ ਤੁਸੀਂ ਬੀਜੇਪੀ 'ਚ ਆਏ ਹੋ ਕਹਿ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਸੀਐਮ ਫੇਸ ਹੋਣਗੇ ਅਰੇ ਨਹੀਂ ਯਾਰ ਮੈਂ ਐਡਾ ਵੱਡਾ ਨਹੀਂ ਮੈਂ ਤੁਹਾਨੂੰ ਕਿਹਾ ਹਰ ਬੰਦਾ ਇਸੇ ਭੁਲੇਖੇ 'ਚ ਪਤਾ ਨਹੀਂ ਕਿਉਂ ਮੈਨੂੰ ਇੰਨਾ ਵੱਡਾ ਕਰੀ ਜਾ ਰਿਹਾ ਮੈਨੂੰ ਮੈਂ ਪੰਪ 'ਚ ਕਿਸੇ ਦੇ ਆਉਂਦਾ ਨਹੀਂ ਮੈਨੂੰ ਆਪਣੀ ਔਕਾਤ ਔਰ ਹੈਸੀਅਤ ਤੋਂ ਕੋਈ ਭੁੱਲ ਨਹੀਂ ਹੈਗੀ ਮੇਰਾ ਕੋਈ ਨਾ ਮੈਂ ਇੰਨਾ ਵੱਡਾ ਆਦਮੀ ਹੈਗਾ ਉਹ ਵੱਡੇ ਲੋਕਾਂ ਦੀਆਂ ਗੱਲਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਲੋਕ ਕੈਪਟਨ ਅਮਰਿੰਦਰ ਸਿੰਘ ਉਹ ਵੱਡੇ ਲੋਕਾਂ ਦੀਆਂ ਗੱਲਾਂ ਯਾਰ ਸਾਡੀ ਔਕਾਤ ਨਹੀਂ ਹੈਗੀ ਅਸੀਂ ਏਡੇ ਬੰਦੇ ਨਹੀਂ ਹੈਗੇ ਦੂਜੀ ਗੱਲ ਮੇਰਾ ਪਰਪਸ ਪੰਜਾਬ ਦਾ ਖਾਲੀ ਇੱਕ ਨਹੀਂ ਹੈਗਾ ਮੇਰਾ ਸਿੱਖ ਇਸ਼ੂ ਦੇਸ਼ ਦੇ ਸਿੱਖਾਂ ਦੀ ਗੱਲ ਹੈ ਮੈਂ ਇੱਕ ਛੋਟੀ ਜਿਹੀ ਚੀਜ਼ ਦੇ ਉੱਤੇ ਆ ਕੇ ਕਿ ਖਾਲੀ ਇੱਕ ਉਹਨਾਂ ਲੋਕਾਂ ਦੇ ਮੈਨੂੰ ਪੂਰੇ ਦੇਸ਼ ਦੇ ਸਿੱਖਾਂ ਦੀ ਮੈਂ ਗੱਲ ਕਰਦਾ ਪਿਆ ਜੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਹੈ ਦੇਸ਼ ਦੇ ਸਿੱਖਾਂ ਦੀ ਲੜਾਈ ਲੜਨੀ ਆ ਤੇ ਤੁਹਾਨੂੰ ਇਹ ਛੋਟੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਉਹਨਾਂ ਦੀ ਗੱਲ ਸੁਣਨੀ ਪਰ ਪੰਜਾਬ ਲਈ ਤੁਸੀਂ ਫਿਕਰਮੰਦ ਤਾਂ ਹੋ ਮੈਂ ਕਹਿੰਦਾ ਜੀ ਪੂਰਾ ਫਿਕਰ ਲੜਾਈ ਲੜੂੰਗਾ ਪੰਜਾਬ ਵਾਸਤੇ ਵੀ ਪਰ ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਜੀ ਕਿ ਸਪੈਸੀਫਿਕ ਉੱਥੇ ਆ ਕੇ ਰੁਕ ਜਾਊਗੀ ਗੱਲ ਉਹ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਰਡਰ ਦੇ ਉੱਤੇ ਜਿਹੜੀ ਇੰਨੇ 1.5 ਲੱਖ ਏਕੜ ਜਿਹੜੀ ਜ਼ਮੀਨ ਚਲੇਗੀ ਉਹਦੇ ਪਾਰ ਕੰਢੀ ਜਿਹੜੀ ਤਾਰਾਂ ਦੇ ਪਾਰ ਉਹਨਾਂ ਦਾ ਸੋਚੋ ਮੈਂ ਕਿਹਾ ਜਿਹੜੇ ਸਾਡੇ ਧਰਮੀ ਫੌਜੀ ਸਿੱਖ ਧਰਮ ਪਿੱਛੇ ਆਪਣੀਆਂ ਨੌਕਰੀਆਂ ਛੱਡ ਕੇ ਯਾਰ ਉਹਨਾਂ ਦਾ ਸੋਚੋ ਸੋ ਮੈਂ ਤੇ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦਾ ਪਿਆ ਮੈਨੂੰ ਲੱਗਦਾ ਹੈ ਕਿ ਬੀਜੇਪੀ ਸਾਰੀਆਂ ਚੀਜ਼ਾਂ ਨੂੰ ਸੋਚੂਗੀ ਤਾਂ ਹੀ ਸਿੱਖਾਂ ਦੇ ਮਸਲੇ ਹੱਲ ਕਰ ਪਾਊਗੀ ਜੀ ਜੇ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਖਾਸ ਗੱਲ ਕਹੀ ਸੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਹੁਣ ਵੀ ਕਹਿ ਰਹੇ ਹੋ ਬੜੇ ਚੰਗੇ ਇਨਸਾਨ ਨੇ ਪਰ ਜਿਹੜੀ ਉਹ 7 ਜਣਿਆਂ ਦੀ ਜੁੰਡਲੀ ਆ ਉਹ ਘੇਰਾ ਪਾਈ ਬੈਠੀ ਆ ਉਹ 7 ਜਣਿਆਂ ਦੀ ਜਿਹੜੀ ਜੁੰਡਲੀ ਆ ਉਹਦੇ ਨਾਮ ਤਾਂ ਦੱਸ ਦਿਓ ਨਹੀਂ ਮੈਂ 6-7 ਵੈਸੇ ਜਨਰਲ ਕਿਹਾ ਮੈਂ ਨਹੀਂ ਕਿਹਾ ਪਰਪਸ 7 ਨੰਬਰ ਹੀ ਨੇ ਪਰ ਉਹਨਾਂ ਦੀ ਜੁੰਡਲੀ ਉਹ ਜਾਣਦੇ ਨੇ ਮੈਂ ਨਹੀਂ ਬੋਲੂੰਗਾ ਕਦੀ ਵੀ ਲੇਕਿਨ ਮੈਂ ਜ਼ਰੂਰ ਕਹਿਣਾ ਚਾਹੁੰਦਾ ਜਿੰਨਾ ਉੱਚ ਉਹਨਾਂ ਦਾ ਕੱਦ ਆ ਨਾ ਜਿਵੇਂ ਉਹਨਾਂ ਕਿਹਾ ਵੱਡਾ ਸਮੁੰਦਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵੱਡਾ ਸਮੁੰਦਰ ਆ ਉਹਨਾਂ ਨੇ ਠੀਕ ਗੱਲ ਕਹੀ ਆ ਉਹ ਬਹੁਤ ਵੱਡੇ ਲੋਕ ਨੇ ਆਪਾਂ ਨੂੰ ਸਮਝਣਾ ਚਾਹੀਦਾ ਹੈ ਪਰ ਉਹਨਾਂ ਦੀ ਜਿਹੜੇ ਨਾਲ ਵੀ ਲੋਕ ਦਿਖਣੇ ਚਾਹੀਦੇ ਨੇ ਨਾ ਉਹ ਵੀ ਓਡੇ ਹੀ ਵੱਡੇ ਦਿਖਣੇ ਚਾਹੀਦੇ ਨੇ ਭਾਵੇਂ ਵੱਡੇ ਵੱਡੇ ਜਥੇਦਾਰ ਸਾਹਿਬ ਨੇ ਭਾਵੇਂ ਜਥੇਦਾਰ ਤੋਤਾ ਸਿੰਘ ਜੀ ਵਰਗੇ ਲੋਕ ਨੇ ਮੈਂ ਅੱਗੇ ਵੀ ਕੇਕ ਟੀਵੀ ਨੂੰ ਕਿਹਾ ਜਥੇਦਾਰ ਕਾਲੂ ਸਾਹਿਬ ਵਰਗੇ ਲੋਕ ਨੇ ਜਾਂ ਅਟਵਾਲ ਸਾਹਿਬ ਵਰਗੇ ਲੋਕ ਨੇ ਜਾਂ ਅੱਜ ਬ੍ਰਹਮਪੁਰਾ ਸਾਹਿਬ ਨਾਲ ਨਹੀਂ ਹੈਗੇ ਜਾਂ ਢੀਂਡਸ ਇਹੋ ਜਿਹੇ ਲੋਕ ਜਦੋਂ ਪਾਰਟੀ ਪ੍ਰਧਾਨ ਦੇ ਨਾਲ ਹੁੰਦੇ ਨੇ ਉਹਨਾਂ ਦਾ ਇੱਕ ਸਟੇਟਸ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਨੇ ਅੱਜ ਉਹ ਲੋਕ ਨੇ ਗੱਡੀਆਂ ਦੇ ਅੰਦਰ ਮੈਂ ਕੀ ਕਹਾਂ ਯਾਰ ਜਿਹਨਾਂ ਨੂੰ ਸਿੱਖੀ ਦੀ ABCD ਦੀ ਤੇ ਬਹੁਤ ਦੂਰ ਦੀ ਗੱਲ ਇਹ ਵੀ ਨਹੀਂ ਆਉਂਦਾ ਉਹ ਸਿੱਖੀ ਦਾ ਪਰਚਾ ਜੋ ਅਸੀਂ ਬਹਿੰਦੇ ਸੀ ਨਾ ਕੋਲ ਭਾਈ ਸਾਹਿਬ ਕਈ ਵਾਰ ਤੇ ਇੱਕ ਦੋ ਬੰਦੇ ਤੇ ਇਹੋ ਜਿਹੇ ਮੈਂ ਨਾਮ ਨਹੀਂ ਲੈਂਦਾ ਪਰ ਜੀ ਕਰਦਾ ਸੀ ਵੀ ਯਾਰ ਔਰ ਉਹ ਬਹੁਤ ਲੜਾਈ ਹੋਈ ਆ ਸੁਖਬੀਰ ਜੀ ਦੀ ਪ੍ਰੈਜ਼ੈਂਸ ਅੰਦਰ ਹੋਈ ਆ ਕਿਉਂਕਿ ਅਸੀਂ ਤਾਂ ਐਕਸੈਪਟ ਕਰਨ ਨੂੰ ਇਹ ਗੱਲ ਤਿਆਰ ਨਹੀਂ ਹੈਗੇ ਕਿ ਜਿਹੜੇ ਇਹਨਾਂ ਨੂੰ ਸਿੱਖੀ ਦਾ ਨਹੀਂ ਪਤਾ ਇਹਨਾਂ ਨੂੰ ਸਿੱਖੀ ਦੇ ਪ੍ਰਚਾਰ ਦਾ ਨਹੀਂ ਪਤਾ ਇਹਨੂੰ ਸਿੱਖੀ ਦੀ ਭਾਵਨਾਵਾਂ ਦਾ ਨਹੀਂ ਪਤਾ ਗੱਲਾਂ ਕੀ ਕਰਦੇ ਪਏ ਨੇ ਇਹ ਪੰਜਾਬ ਦੀ ਗੱਲ ਕਰਨਗੇ ਹੁਣ ਔਰ ਮੈਂ ਅੱਜ ਵੀ ਉਹਨਾਂ ਨੂੰ ਜ਼ਰੂਰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦਾ ਕਿ ਉਹਨਾਂ ਲੋਕਾਂ ਦੇ ਦਾਇਰੇ ਚੋਂ ਬਾਹਰ ਨਿਕਲਣਾ ਪਊਗਾ ਦੇਸ਼ ਦੀ ਨੁਮਾਇੰਦਾ ਜਥੇਬੰਦੀ ਸੀ ਸ਼੍ਰੋਮਣੀ ਅਕਾਲੀ ਦਲ ਆਪਾਂ ਘਰ ਬੈਠ ਕੇ ਵਿਚਾਰ ਤੇ ਕਰੀਏ ਭਾਈ ਮੈਨੂੰ ਮਾਸਟਰ ਤਾਰਾ ਸਿੰਘ ਜੀ ਦੀ ਇੱਕ ਗੱਲ ਬੜੀ ਵਧੀਆ ਲੱਗਦੀ ਆ
ਕਹਿੰਦੇ 50% ਬੰਦੇ ਦੀ ਗਲਤ ਕੰਮ ਉਦੋਂ ਹੀ ਹੋ ਜਾਂਦਾ ਹੈ 50%, ਉਹਦੇ ਲਈ ਉਹਨੂੰ ਮਿਹਨਤ ਨਹੀਂ ਕਰਨੀ ਪੈਂਦੀ ਜਦੋਂ ਮੰਨ ਲੈਂਦਾ ਕਿ ਮੈਂ ਗਲਤ ਹਾਂ। ਕਿਉਂ? ਕਿਉਂਕਿ ਕਹਿੰਦਾ ਉਹਨੇ ਮੰਨ ਲਿਆ ਗਲਤ, ਹੁਣ ਠੀਕ ਕਰਨ ਵਾਲੇ ਪਾਸੇ ਤੁਰ ਪਿਆ, 50% ਤੇ ਉਦੋਂ ਹੀ ਠੀਕ ਹੋ ਗਿਆ, ਹੱਲ ਹੋ ਗਿਆ ਮਸਲਾ। ਸੋ ਪਹਿਲਾਂ ਮੰਨਣ ਤੇ ਸਹੀ ਕਿ ਆਪਾਂ ਗਲਤ ਕਰ ਬੈਠੇ ਕਿਤੇ ਨਾ ਕਿਤੇ, ਤੇ ਫਿਰ ਉਹਨੂੰ ਠੀਕ ਵਾਲੇ ਪਾਸੇ ਵੀ ਤੁਰ ਪੈਣਗੇ। ਜਿਵੇਂ ਤੁਸੀਂ ਉਹ 6-7 ਜਣਿਆਂ ਦੇ ਕਹਿਣੇ, ਜਿਹੜੇ ਉਹ 6-7 ਜਣਿਆਂ ਤੋਂ ਹੋਰ ਲੋਕ ਤੰਗ ਨੇ, ਉਹ ਵੀ ਮੈਸੇਜ ਕਰ ਰਹੇ ਨੇ ਤੁਹਾਨੂੰ। ਉਹ ਤਾਂ ਕਰਨਗੇ ਹੀ ਹੁਣ, ਉਹਦੇ ਪੱਬਾਂ ਪਾਰ ਹੋਏ ਪਏ ਨੇ, ਉਹਨਾਂ ਦੇ ਤਾਂ ਚੀਕਾਂ ਨਿਕਲੀਆਂ ਪਈਆਂ ਨੇ। ਯਾਰ ਮੈਂ ਮਾਫ ਕਰਨਾ, ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦਾ, ਉਹ ਬੰਦੇ ਨੇ ਜਿਹੜੇ ਪਿੰਡ ਦੀ ਮੈਂਬਰ ਹੀ ਨਹੀਂ ਕਦੀ ਜਿੱਤ ਸਕਦੇ ਯਾਰ, ਉਹੋ ਜਿਹੇ ਲੋਕ ਨੇ। ਕੀ ਕਹੀਏ, ਬੜੀ ਤਕਲੀਫ ਹੁੰਦੀ ਆ ਜਿਨ੍ਹਾਂ ਲੋਕਾਂ ਨੂੰ ਯੈਸ ਸਰ 85 ਸੀਟਾਂ 90 ਸੀਟਾਂ 100 ਸੀਟਾਂ, ਔਰ ਮੈਂ ਕਹਿੰਦਾ ਸੀ ਮੈਂ ਕੋਈ ਗਲਤ ਗੱਲ ਨਹੀਂ ਕਹਿ ਰਿਹਾ, ਜਿਹੜੇ ਅੱਜ ਵੀ ਤੁਹਾਡੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਹਿੰਦਾ ਸੀ ਵੀ ਦੇਖੋ ਜੀ ਹੁਣ ਤੇ ਮਾਫ ਕਰਨਾ, ਮੈਂ ਤੇ 85 ਸੀਟਾਂ ਵਾਲੇ ਬੰਦਿਆਂ ਦੀ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ, ਮੈਂ ਵਰਡ ਯੂਜ਼ ਕਰਕੇ ਕਹਿੰਦਾ ਸੀ ਕਿਉਂਕਿ ਮੇਰੀ ਗੱਲ ਸੁਣਦੇ ਸੀ, ਐਸਾ ਨਹੀਂ ਮੇਰੀ ਨਹੀਂ ਸੁਣਦੇ ਸੀ। ਮੈਂ ਰਾਤ ਨੂੰ 12 ਵਜੇ ਫੋਨ ਕਰਦਾ ਮੈਂ ਤਾਂ ਵੀ, ਔਰ ਮੈਨੂੰ ਜਦੋਂ ਦੁੱਖ ਹੁੰਦਾ ਸੀ ਤਕਲੀਫ ਹੁੰਦਾ ਸੀ, ਮੈਂ ਕੋਈ ਚੀਜ਼ ਦੇਖਦਾ ਸੀ, ਮੈਨੂੰ ਫੋਨ ਕਰਕੇ ਕਹਿੰਦਾ ਸੀ ਬਹੁਤ ਗਲਤ ਹੋ ਗਿਆ ਜੀ, ਔਰ ਉਹ ਸਾਡੀ ਗੱਲ ਨੂੰ ਮੰਨਦੇ ਸੀ, ਤਵੱਜੋ ਦਿੰਦੇ ਸੀ। ਪਰ ਇਹ ਮੈਂ ਕੋਈ ਨਾਲ ਤੇ ਰਹਿੰਦਾ ਨਹੀਂ ਹੈਗਾ, ਉਹ ਜਿਹੜਾ ਘੇਰਾ ਹੈਗਾ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ, ਅੱਜ ਵੀ ਪਹੁੰਚਾ ਰਿਹਾ, ਉਹ ਜ਼ਰੂਰ ਲੋਕ ਮਹਿਸੂਸ ਕਰਦੇ ਹੋਣਗੇ, ਔਰ ਮੈਨੂੰ ਲੱਗਦਾ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ। ਬਾਕੀ ਫਿਰ ਇਹ ਗੱਲ ਵੱਡੇ ਲੋਕ ਨੇ, ਅਸੀਂ ਕੀ ਉਹਨਾਂ ਨੂੰ ਸਲਾਹ ਦੇ ਸਕਦੇ। ਤੁਸੀਂ ਇਸ ਤੋਂ ਪਹਿਲਾਂ ਇੰਟਰਵਿਊ ਦੇ ਵਿੱਚ ਜ਼ਿਕਰ ਕਰ ਰਹੇ ਸੀ, ਇੱਕ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਵੀ ਪੰਜਾਬ ਦੀ ਬੀਜੇਪੀ ਦੇ ਵਿੱਚ ਬੜੇ ਵੱਡੇ ਚਿਹਰੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਵੱਡੇ ਚਿਹਰਿਆਂ ਦਾ ਤੁਸੀਂ ਜ਼ਿਕਰ ਕਰਿਆ, ਉਹ ਵੱਡੇ ਚਿਹਰੇ ਕੌਣ ਹੋਣਗੇ? ਨਹੀਂ ਮੈਂ ਨਹੀਂ ਕਿਹਾ ਵੱਡੇ ਚਿਹਰੇ, ਮੈਂ ਕਿਹਾ ਬਹੁਤ ਵੱਡੇ ਚਿਹਰੇ। ਕੌਣ ਹੋਣਗੇ? ਮੈਂ ਤੇ ਕਿਵੇਂ ਗੱਲ ਕਹਿ ਸਕਦਾ ਜੀ, ਹੁਣ ਜਿਹੜੇ ਆਉਣਗੇ ਉਹ ਆਉਣਗੇ, ਉਹਨਾਂ ਨੂੰ ਪੁੱਛੋ ਜਾ ਕੇ। ਮੈਂ ਨਰੇਸ਼ ਪ੍ਰਤਾਪ ਸਿੰਘ ਕਹਿ ਰੋ ਨਹੀਂ, ਪਹਿਲੀ ਗੱਲ ਮੇਰੇ ਨਾਲ ਕੋਈ ਸੰਪਰਕ ਨਹੀਂ, ਮੈਂ ਨਹੀਂ ਕਿਸੇ ਨਾਲ ਗੱਲ ਕੀਤੀ ਕਿਸੇ ਨਾਲ, ਮੈਂ ਤੇ ਉੱਥੇ ਬੈਠ ਕੇ ਦੇਖਦਾ ਜੋ ਮੈਂ ਉਹ ਦੱਸ ਰਿਹਾ ਤੁਹਾਨੂੰ। ਨਹੀਂ ਤੁਸੀਂ ਦਾਅਵਾ ਕੀਤਾ ਵੀ ਬਹੁਤ ਵੱਡੇ ਚਿਹਰੇ ਆਉਣਗੇ, ਤਾਂ ਪਤਾ ਤਾਂ ਹੋਊਗੀ ਕੌਣ? ਮੈਨੂੰ ਪਤਾ ਹੈ, ਮੈਂ ਤਾਂ ਕਹਿ ਰਿਹਾ, ਮੈਂ ਹੋਰ ਕੀ ਕਹਿ ਰਿਹਾ। ਜੇ ਪੰਜਾਬ ਦੀ ਰਾਜਨੀਤੀ ਦੇ ਥੰਮਾਂ ਦੀ ਗੱਲ ਕਰਦੇ ਆ, ਉਹਨਾਂ ਦੇ ਵਿੱਚ ਕੌਣ ਹੋ ਸਕਦਾ? ਮੈਂ ਤੁਹਾਨੂੰ ਕੀ ਕਹਿ ਰਿਹਾ ਹਾਂ, ਮੈਂ ਤੇ ਉੱਥੇ ਬੈਠ ਕੇ ਦੇਖ ਰਿਹਾ ਜੋ ਕੋਈ ਮੇਰੇ ਨਹੀਂ ਹੈ, ਨਾ ਹੀ ਕੋਈ ਮੈਂ ਐਫਰਟ ਆ, ਨਾ ਹੀ ਮੇਰੇ ਕਹਿਣ ਤੇ ਕੋਈ, ਨਾ ਮੈਂ ਕਿਸੇ ਨਾਲ ਗੱਲ। ਤੁਸੀਂ ਦੱਸ ਤਾਂ ਸਕਦੇ ਹੋ ਕੌਣ? ਨਹੀਂ ਮੈਂ ਤੇ ਕਿਵੇਂ ਕਹਿ ਸਕਦਾ, ਏਡੀ ਵੱਡੀ ਪਾਰਟੀ ਦੇ ਅੰਦਰ ਵੱਡੇ ਲੋਕ ਜੁੜ ਰਹੇ, ਮੈਂ ਉਹਨਾਂ ਦੀ ਬਾਰੇ 'ਚ ਕਿਵੇਂ ਡਿਸਕਸ ਕਰ ਸਕਦਾ। ਜੇ ਸਿਰਸਾ ਸਾਹਿਬ ਜਾਂਦੇ ਜਾਂਦੇ ਗੱਲ ਕਰਦੇ ਆ, ਬੀਜੇਪੀ ਦਾ ਕੀ ਵਿਜ਼ਨ ਰਹਿਣ ਵਾਲਾ ਪੰਜਾਬ ਨੂੰ ਲੈ ਕੇ? ਦੇਖੋ ਜੋ ਮੈਂ ਉਹਨਾਂ ਦੀ ਹੁਣ ਤੱਕ ਸਾਈਕੀ ਸਮਝੀ, ਮੈਂ ਅਜੇ ਤੱਕ ਤੇ ਦੇਖੋ ਮੈਂ ਬੀਜੇਪੀ ਦੀ ਨਹੀਂ ਕਹਿ ਸਕਦਾ, ਮੈਂ ਅਮਿਤ ਸ਼ਾਹ ਜੀ ਦੀ ਅਜੇ ਤੱਕ ਗੱਲ ਦੇਖੀ ਆ। ਮੈਂ ਗਲਤ ਮੈਂ ਆਪਣੀ ਸਟੇਟਮੈਂਟ ਨੂੰ ਨਹੀਂ ਦਊਂਗਾ, ਜੋ ਮੈਂ ਉਹਨਾਂ ਦੀ ਵਿਜ਼ਨ ਦੇਖ ਰਿਹਾ, ਜੋ ਮੈਂ ਉਹਨਾਂ ਦੀ ਸਾਈਕੀ ਦੇਖ ਰਿਹਾ ਪੰਜਾਬ ਦੇ ਪ੍ਰਤੀ ਜੀ, ਜੇ ਸਾਰੀ ਸਾਈਕੀ ਉਹਨਾਂ ਦੀ ਪਾਰਟੀ ਦੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡੈਫੀਨੇਟਲੀ ਹੋਊਗੀ, ਤਾਂ ਹੀ ਗ੍ਰਹਿ ਮੰਤਰੀ ਦੀ ਉਹ ਆ, ਕਹਿਣ ਦੀ ਲੋੜ ਨਹੀਂ ਉੱਥੇ। ਫਿਰ ਪੰਜਾਬ ਦੇ ਲੋਕ 100% ਬੀਜੇਪੀ ਨੂੰ ਜਿਤਾ ਕੇ ਭੇਜਣਗੇ, 100%। ਮੇਰੇ ਦੀਵਾਰ ਤੇ ਗੱਲ ਲਿਖ ਲਿਓ, ਜੇ ਪੰਜਾਬ ਦੇ ਲੋਕ ਘਰ ਘਰ ਜਾ ਕੇ ਆਪ ਕਹਿਣਗੇ ਵੋਟ ਬੀਜੇਪੀ ਨੂੰ ਪਾਉਣੀ ਹੈ, ਜੀ ਉਹ ਜੋ ਸੋਚਦੇ ਪਏ ਨੇ, ਜੋ ਐਜ਼ ਇਟ ਇਜ਼ ਕਰਨਗੇ, ਤੇ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ। ਜੇ ਇਹੋ ਜਿਹੇ ਹਾਲਾਤ ਬਣ ਗਏ, ਅਕਾਲੀ ਦਲ ਵੀ ਉਧਰੋਂ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਹੋਈ, ਜਾਣੀ ਕਿ ਜ਼ਿਆਦਾ ਸੀਟਾਂ ਆ ਗਈਆਂ, ਬੀਜੇਪੀ ਨੂੰ ਆ ਗਈਆਂ, ਗਠਬੰਧਨ ਹੋ ਸਕਦਾ? ਦੇਖੋ 100% ਮੈਂ ਕੋਈ ਫੈਸਲੇ ਕਰਨ ਦੀ ਕਾਬਲੀਅਤ ਨਹੀਂ, ਨਾ ਮੈਂ ਉਸ ਕਮੇਟੀ, ਨਾ ਮੈਂ ਐਡਾ ਵੱਡਾ ਬੰਦਾ, ਨਾ ਮੇਰੇ ਕਹਿਣ ਤੇ ਹੋਣਾ ਹੈ। ਨਹੀਂ ਵੱਡੇ ਬੰਦੇ ਤਾਂ ਬੜੇ ਹੋ ਤੁਸੀਂ, ਅਮਿਤ ਸ਼ਾਹ ਜੀ ਨੇ ਤੁਹਾਨੂੰ ਆਪ ਪਾਰਟੀ ਦੇ ਵਿੱਚ ਸ਼ਾਮਲ ਕੀਤਾ। ਨਹੀਂ ਉਹ ਚਲੋ ਉਹਨਾਂ ਦਾ ਬੜਾਪਣ ਆ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਅੱਜ ਤੱਕ ਕਿਸੇ ਨੂੰ ਪਾਰਟੀ 'ਚ ਜੁਆਇਨ ਨਹੀਂ ਕਰਾਇਆ, ਪਰ ਤੈਨੂੰ ਮੈਂ ਆਪ ਜੁਆਇਨ ਕਰਾਉਣਾ। ਫਿਰ ਤਾਂ ਵੱਡੇ ਬੰਦੇ। ਨਹੀਂ ਇਹ ਉਹਨਾਂ ਦਾ ਬੜਾਪਣ ਆ, ਮੈਂ ਉਹਨਾਂ ਨਹੀਂ ਹੈਗਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਰਿਐਲਿਟੀ ਪੰਜਾਬ ਦੀ ਕੀ ਆ, ਲੋਕ ਸੱਚ ਬੋਲਣ ਝੂਠ ਬੋਲਣ, ਸੱਚਾਈ ਇਹ ਆ, ਜੇਕਰ ਕਾਂਗਰਸ ਔਰ ਆਪ ਦੀ ਸਰਕਾਰ ਬਣ ਸਕਦੀ ਹੋ ਤੇ ਕਾਂਗਰਸ ਤੇ ਆਪ ਬਣਾਊਗੀ। ਜੇਕਰ ਕਾਂਗਰਸ ਔਰ ਬੀਜੇਪੀ ਦੇ ਨੰਬਰ ਹੋਣਗੇ ਤੇ ਕਾਂਗਰਸ ਔਰ ਬੀਜੇਪੀ ਨਹੀਂ ਬਣਾ ਸਕਦੀ ਸਰਕਾਰ। ਆਪ ਔਰ ਬੀਜੇਪੀ ਵੀ ਸਰਕਾਰ ਨਹੀਂ ਬਣਾ ਸਕਦੀ, ਅਕਾਲੀ ਦਲ ਔਰ ਕਾਂਗਰਸ ਵੀ ਸਰਕਾਰ ਨਹੀਂ ਬਣਾ ਸਕਦੀ, ਅਕਾਲੀ ਦਲ ਔਰ ਬੀਜੇਪੀ ਹੀ ਸਰਕਾਰ ਬਣਾ ਸਕਦੀ ਆ। ਕੰਬੀਨੇਸ਼ਨ ਫਿਕਸ ਨੇ, ਜੇ ਉਹਨਾਂ ਕੰਬੀਨੇਸ਼ਨ 'ਚ ਕੋਈ ਵੀ ਕੰਬੀਨੇਸ਼ਨ ਆਊਗਾ ਤਾਂ ਉਹੀ ਕੰਬੀਨੇਸ਼ਨ ਰਹਿਣਗੇ। ਅੱਜ ਅਕਾਲੀ ਦਲ ਜੋ ਮਰਜ਼ੀ ਕਵੇ, ਬੀਜੇਪੀ ਜੋ ਮਰਜ਼ੀ ਕਵੇ, ਰਿਐਲਿਟੀ ਇਹੀ ਆ। ਭਗਵੰਤ ਮਾਨ ਜੀ ਕਹਿੰਦੇ ਆ ਵੀ ਮੈਨੂੰ ਵੀ ਆਫਰ ਆਈ ਸੀ ਬੀਜੇਪੀ ਵਾਲੇ ਪਾਸੋਂ। ਦੇਖੋ ਭਗਵੰਤ ਮਾਨ ਤੇ ਆਪਣਾ ਮੁੱਲ ਪਵਾ ਰਿਹਾ, ਉਹਦੀ ਮਜਬੂਰੀ ਆ। ਉਹ ਸੋਚਦਾ ਪਿਆ ਹੈ ਵੀ ਮੈਨੂੰ ਕਿਸੇ ਤਰੀਕੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਾ ਕੈਂਡੀਡੇਟ ਅਨਾਉਂਸ ਕਰ ਦੇ। ਅਸੀਂ ਵੀ ਰਾਜਨੀਤੀ ਦੀ ਥੋੜੀ ਬਹੁਤੀ ਜਾਣ ਰੱਖਦੇ ਹਾਂ। ਮੈਂ ਇਕੱਲਾ ਬੰਦਾ ਜਿਹੜਾ ਕਿਆ ਕਰਦਾ ਸੀ, ਨਵਜੋਤ ਸਿੰਘ ਸਿੱਧੂ ਕਿਸੇ ਸੂਰਤ ਅੰਦਰ ਆਮ ਆਦਮੀ ਪਾਰਟੀ 'ਚ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਨੇ ਸੀਐਮ ਬਣਾਉਣਾ ਹੀ ਨਹੀਂ ਇਹਨੂੰ। ਅਰਵਿੰਦ ਕੇਜਰੀਵਾਲ ਤੋਂ ਵੱਡਾ ਨੌਟੰਕੀਬਾਜ਼ ਦੇਸ਼ ਅੰਦਰ ਮਾਂ ਪੈਦਾ ਨਹੀਂ ਕਰ ਸਕਦੀ। ਜਿੰਨਾ ਵੱਡਾ ਉਹ ਨੌਟੰਕੀਬਾਜ਼, ਉਹਨੂੰ ਸਭ ਗੱਲਾਂ ਪਤਾ। ਇਹ ਉੱਥੇ ਲੈ ਕੇ ਨਾਅਰੇ ਲਵਾਉਂਦਾ ਸੀਗਾ ਪਿੱਛੋਂ ਵੀ ਹਾਂ ਜੀ ਅਰਵਿੰਦ ਹਮਾਰਾ ਨੇਤਾ ਜੀ, ਸੀਐਮ ਦਾ ਕੈਂਡੀਡੇਟ ਅਨਾਉਂਸ ਕਰੋ, ਉਹਨੂੰ ਪਤਾ। ਉਹ ਐਂ ਸੋਚਦਾ ਮੈਨੂੰ ਲੋਕਾਂ ਨੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ। ਉਹ ਵਾਹਦ ਆਦਮੀ ਆ ਦੇਸ਼ ਅੰਦਰ। ਕੋਈ ਬੰਦਾ ਸਟੇਜ ਤੇ 2 ਘੰਟੇ ਨੌਟੰਕੀ ਕਰ ਸਕਦਾ, ਕੋਈ 1.5 ਘੰਟਾ ਬੋਲਦੇ ਕਰ ਸਕਦਾ, ਕੋਈ ਅੱਧਾ ਘੰਟੇ। ਉਹ ਵਾਹਦ ਇੱਕ ਬੰਦਾ ਏ, ਸਵੇਰੇ ਤਿਆਰ ਹੋ ਕੇ ਘਰੋਂ ਪਹਿਲਾ ਪੈਰ ਰੱਖਦਾ, ਉਹ ਤੋਂ ਲੈ ਕੇ ਰਾਤ ਤੱਕ ਨੌਟੰਕੀ ਇਕੱਲਾ ਬੰਦਾ ਕਰ ਸਕਦਾ। ਘਰ ਆ ਕੇ ਫਿਰ ਕਹਿੰਦਾ ਬਹੁਤ ਘੰਟੇ ਲੱਗੇ, ਅੱਜ ਤੋਂ ਬੜੀ ਲੰਬੀ ਨੌਟੰਕੀ ਕਰਨੀ ਪੜੀ। ਇਕੱਲਾ ਬੰਦਾ ਸਾਰਾ ਦਿਨ ਨੌਟੰਕੀ ਕਰ ਸਕਦਾ, ਉਹਦੇ ਅੰਦਰ ਇੰਨੀ ਕਪੈਸਿਟੀ ਆ। ਸੋ ਇਸ ਕਰਕੇ ਉਹ ਬੰਦਾ ਕਿਸੇ ਸੂਰਤ ਅੰਦਰ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਕੈਂਡੀਡੇਟ ਨਹੀਂ ਬਣਾਊਗਾ। ਇਹ ਤੇ ਭਗਵੰਤ ਮਾਨ ਮੁੱਲ ਪਵਾ ਰਹੇ ਆਪਣਾ। ਇੱਥੇ ਤਾਂ ਇਹ ਵੀ ਚਰਚਾ ਚੱਲਦੀ ਹੈ ਵੀ ਆਮ ਆਦਮੀ ਪਾਰਟੀ ਬੀ ਟੀਮ ਆ ਬੀਜੇਪੀ ਦੀ।
ਦੇਖੋ ਮੈਂ ਤਾਂ ਇਹਦੇ ਅੰਦਰ ਗਿਆ ਨਹੀਂ, ਦੇਖੋ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇੱਕ ਬੰਦੇ ਨੂੰ ਮਿਲਿਆ। ਹਾਂ ਹੋ ਸਕਦਾ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਬੜੀ ਛੇਤੀ ਦੇਣ ਦੀ ਕਪੈਸਿਟੀ 'ਚ ਆ ਜਾਵਾਂ ਜੇ ਮੇਰੀ ਵਾਸਤਾ ਪਵੇ, ਤੇ ਪਰ ਮੇਰਾ ਤਾਂ ਅਜੇ ਕਿਸੇ ਨੇ ਐਸਾ ਵਾਸਤਾ ਪਿਆ ਨਹੀਂ। ਤੁਹਾਨੂੰ ਕੀ ਲੱਗਦਾ, ਖਾਸ ਕਰਕੇ ਜੇ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ, ਬੇਅਦਬੀ ਨੂੰ ਲੈ ਕੇ ਬੀਜੇਪੀ ਦਾ ਕੀ ਸਟੈਂਡ ਰਹਿਣ ਵਾਲਾ? ਦੇਖੋ ਬੇਅਦਬੀ ਹੋਵੇ ਜਾਂ ਨਸ਼ੇ, ਇਹ ਮਸਲੇ ਸਾਰਿਆਂ ਦੇ ਉੱਤੇ ਬੀਜੇਪੀ ਨੂੰ ਪ੍ਰਾਇੋਰਟੀ ਤੇ ਕੰਮ ਕਰਨ ਦੀ ਲੋੜ ਆ ਜੀ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਾਂ, ਇਹਦੇ ਨਾਲ 10 ਮੁੱਦੇ ਇਹੋ ਜਿਹੇ ਹੋਰ ਨੇ ਜਿਹੜੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਂਦੇ, ਉਹਨਾਂ ਦੀ ਪ੍ਰਾਇੋਰਟੀ ਬਰਾਬਰ ਰਹਿਣੀ ਚਾਹੀਦੀ ਆ। ਇਹ ਨਹੀਂ ਕਿ ਖਾਲੀ ਤੁਸੀਂ ਇਸੇ ਲੋਕਾਂ ਨੂੰ ਉਲਝਾ ਕੇ ਇਸੇ ਕੰਮ 'ਚ ਦੇਖੋ ਅਸੀਂ ਇਨਸਾਫ ਦਿਵਾਵਾਂਗੇ, ਠੀਕ ਆ, ਇਹ ਜ਼ਰੂਰੀ ਆ, ਮੋਸਟ ਇੰਪੋਰਟੈਂਟ ਆ, ਪਰ 4 ਲੱਖ ਕਰੋੜ ਦਾ ਕਰਜ਼ਾ ਲਾਉਣਾ ਵੀ ਉਨਾ ਇੰਪੋਰਟੈਂਟ ਆ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਵੀ ਉਨਾ ਇੰਪੋਰਟੈਂਟ ਆ। ਰੋਜ਼ਗਾਰ ਦੇ ਕੇ ਔਰ ਫੈਕਟਰੀਆਂ ਲਿਆ ਕੇ ਲੋਕਾਂ ਨੂੰ ਕੰਮ ਦੇਣਾ ਵੀ ਉਨਾ ਹੀ ਜ਼ਰੂਰੀ ਆ। ਇਹ ਜੇਕਰ ਨਾ ਲਾ ਸਕੇ ਨਾ, ਇਹ ਤੇ ਪੰਜਾਬ ਬਹੁਤ ਬੁਰੀ ਤਰ੍ਹਾਂ ਹਾਲਾਤਾਂ 'ਚ ਆ ਜਾਊਗਾ। ਜਾਂਦੇ ਲਾਸਟ ਸਵਾਲ, ਕੰਗਣਾ ਰਣੌਤ ਨੂੰ ਲੈ ਕੇ ਬੜੇ ਟਰੋਲ ਹੋ ਰਹੇ ਹੋ ਤੁਸੀਂ, ਬੜੀਆਂ ਤਸਵੀਰਾਂ ਇਕੱਠਿਆਂ ਦੀਆਂ ਆ ਰਹੀਆਂ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ ਹੈਗਾ, ਬੜੀ ਮੰਦੀ ਸ਼ਬਦਾਵਲੀ ਵੀ ਆ, ਤੁਸੀਂ ਦੇਖ ਰਹੇ ਹੋਵੋਗੇ, ਕੀ ਕਹਿਣਾ ਚਾਹੋਗੇ? ਦੇਖੋ ਮੰਦੀ ਸ਼ਬਦਾਵਲੀ ਵਾਲੇ ਆਪਣੇ ਆਪ ਨੂੰ ਬਦਲਣਾ ਤੇ ਹੈ ਨਹੀਂ। ਜਦੋਂ ਮੈਂ ਤਾਂ ਤੁਹਾਨੂੰ ਸਿੰਪਲ ਇਹ ਗੱਲ ਦੱਸ ਸਕਦਾ ਹਾਂ ਕਿ ਜਦੋਂ ਮੈਂ ਅਕਾਲੀ ਦਲ ਸੀਗਾ, ਲੱਖਾ ਸਡਾਣੇ ਦਾ ਕੇਸ, ਦੀਪ ਸਿੱਧੂ ਦਾ ਕੇਸ, ਜਿਹੜੇ ਅਕਾਲੀ ਦਲ ਨੂੰ ਗਾਲਾਂ ਕੱਢਦੇ ਸੀ, ਸਰਦਾਰ ਬਾਦਲ ਸਾਹਿਬ ਨੂੰ ਮਾੜਾ ਚੰਗਾ ਬੋਲੇ ਸੀਗੇ, ਮੈਂ ਕਿਹਾ ਬਈ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸਿੱਖ ਹੋਣ ਦੇ ਨਾਤੇ ਅਗਰ ਪੰਜਾਬ ਦਾ ਕੋਈ ਬੰਦਾ ਇੱਥੇ ਫੜਿਆ ਜਾਂਦਾ ਹੈ, ਉਹ ਮੈਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਨਾ ਖੜਾ ਹੋਊਗਾ, ਭਾਵੇਂ ਕੁਛ ਹੋ ਜਾਏ, ਮੈਂ ਉਹਨਾਂ ਦਾ ਸਾਥ ਨਹੀਂ ਛੱਡੂਗਾ। ਮੈਂ ਸਾਥ ਨਹੀਂ ਛੱਡਿਆ। ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੇਰੇ ਖਿਲਾਫ ਬਿਆਨ ਵੀ ਦੇ ਦਿੱਤਾ ਸੀਗਾ ਬਾਹਰ ਕਿ ਅਸੀਂ ਸਿਰਸੇ ਨੂੰ ਸਮਝਾਵਾਂਗੇ। ਜਦੋਂ ਉਹਨਾਂ ਮੇਰੇ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਵੀ ਸਮਝਾਇਆ, ਉਹਨੇ ਕਿਹਾ ਯਾਰ ਗੱਲ ਤੇ ਤੇਰੀ ਠੀਕ ਆ। ਇਸੇ ਤਰ੍ਹਾਂ ਅੱਜ ਮੈਂ ਤੁਹਾਡੇ ਟੀਵੀ ਚੈਨਲ ਫੇਰ ਕਹਿੰਦਾ, ਕੰਗਨਾ ਰਣਾਵਤ ਸਿੱਖਾਂ ਦੀ ਦੁਸ਼ਮਣ ਸੀਗੀ, ਉਹਦੀ ਲੜਾਈ ਲੜਨਾ, ਪਾਰਟੀ ਅਗਰ ਮੈਨੂੰ ਕੋਈ ਲੜਾਈ ਲੱਗਣ ਤੋਂ ਛੱਡੂ, ਮੈਂ ਛੱਡ ਸਕਦਾ, ਪਰ ਮੈਂ ਆਪਣੀ ਕੌਮ ਦੀ ਲੜਾਈ ਦੇ ਵਾਸਤੇ ਹੀ ਉੱਥੇ ਗਿਆ ਹਾਂ। ਇਸ ਲੜਾਈ ਨੂੰ ਕਿਸੇ ਸੂਰਤ ਅੰਦਰ ਨਹੀਂ ਮੁੱਕਣ ਦਊਂਗਾ। ਇਹ ਗੱਲ ਮੈਂ ਹਮੇਸ਼ਾ ਦਾਅਵੇ ਨਾਲ ਕਹਿੰਦਾ ਰਿਹਾ ਤੇ ਦਾਅਵੇ ਨਾਲ ਕਹਿੰਦਾ ਰਹੂੰਗਾ। ਜੇ ਤੁਹਾਡੀ ਕੰਗਨਾ ਨਾਲ ਕੋਈ ਤਸਵੀਰ ਆ ਗਈ ਆਉਣ ਵਾਲੇ ਦਿਨਾਂ ਦੇ ਵਿੱਚ, ਫਿਰ ਮਾਫੀ ਮੰਗੋਗੇ? ਉਹ ਮਾਫੀ ਮੰਗਦੀ ਦੀ ਤਸਵੀਰ ਆ ਜੇ ਤੇ ਗੱਲ ਵੱਖਰੀ ਹੈ। ਧੰਨਵਾਦ ਸਿਰਸਾ ਸਾਹਿਬ, ਤੁਸੀਂ ਟਾਈਮ ਦਿੱਤਾ। ਸੋ ਇਹ ਸੀ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਨੇ ਦੱਸਿਆ ਵੀ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੀ ਵਿਚਾਰ ਨੇ ਤੇ ਕਿਉਂ ਇਹ ਬੀਜੇਪੀ ਦੇ ਵਿੱਚ ਗਏ। ਜਲਦੀ ਹੀ ਮਿਲਾਂਗੇ ਕਿਸੇ ਹੋਰ ਸਿਆਸਤਦਾਨ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।